ਅੱਜ ਹਜ਼ਾਰਾਂ ਬੱਚਿਆਂ ਨੂੰ ਪੜ੍ਹਾ ਰਹੇ ਹਾਂ। ਸੋ ਉਸ ਦੇ ਬਾਰੇ ਕਿੱਦਾਂ ਤੁਸੀਂ ਸ਼ੁਰੂਆਤ ਕਿੱਦਾਂ ਆਪਣੀ ਜ਼ਿੰਦਗੀ ਦੇ ਵਿੱਚ ਕੀ ਸੋਚਿਆ ਕਿ ਮੈਂ ਲੋਕ ਜਿਹੜੇ ਬੱਚੇ ਨੇ ਜਿਹੜੇ ਕੂੜਾ ਚੁੱਕਦੇ ਨੇ ਮੈਂ ਉਹਨਾਂ ਨੂੰ ਪੜ੍ਹਾਉਣਾ ਹੈ, ਕਿਸ ਤਰ੍ਹਾਂ ਤੁਸੀਂ ਸ਼ੁਰੂਆਤ ਕਰਨ ਬਾਰੇ ਸੋਚਿਆ? ਦੇਖੋ, ਮੈਂ ਮਹਿਸੂਸ ਕੀਤਾ ਕਿ ਜਦੋਂ ਸਾਡੇ ਦੇਸ਼ ਦੇ ਵਿੱਚ ਕੋਈ ਆਰਥਿਕ ਤੌਰ 'ਤੇ ਗਰੀਬ ਹੋ ਜਾਂਦਾ ਹੈ, ਉਹਨੂੰ ਆਪਣੇ ਆਪ ਨੂੰ ਇੱਕ ਐਸੇ ਸੰਘਰਸ਼ ਦੇ ਵਿੱਚ ਪਾਉਣਾ ਪੈਂਦਾ ਹੈ ਜਿੱਥੇ ਉਹਨੂੰ ਇਹ ਦੱਸਣਾ ਪੈਂਦਾ ਕਿ ਮੈਂ ਇਨਸਾਨ ਹਾਂ। ਗਰੀਬੀ ਕਰਕੇ ਉਹਨੂੰ ਇਨਸਾਨ ਵਾਲਾ ਦਰਜਾ ਵੀ ਨਹੀਂ ਮਿਲਦਾ। ਸਰ ਕਹਿੰਦੇ ਆ ਕਿ ਜਦੋਂ ਪੈਸਾ ਆ ਜਾਂਦਾ ਬੰਦੇ ਕੋਲ, ਬੰਦਾ ਸੋਚਦਾ ਨਾ ਕਿ ਮੈਂ ਕਿਸ ਤਰ੍ਹਾਂ ਕਿਸੇ ਦੀ ਮਦਦ ਕਰਾਂ। ਬੱਚਿਆਂ ਨੂੰ ਪੜ੍ਹਾਈ ਦੇਣੀ ਸ਼ੁਰੂ ਕਰੋ, ਇਹਨਾਂ ਨੂੰ ਪੜ੍ਹਾਈ ਵਾਲੇ ਪਾਸੇ ਪਾਓ ਤਾਂ ਕਿ ਇਹਨਾਂ ਨੂੰ ਜੀਵਨ ਦੀ ਸਮਝ ਆਵੇ, ਇਹ ਆਪਣੇ ਪੈਰਾਂ ਤੇ ਖੜੇ ਹੋ ਸਕਣ। For admin, B for ballot box, C for constitution, D for democracy. ਕੱਲਿਆਂ ਨੇ ਸ਼ੁਰੂਆਤ ਕੀਤੀ, ਕੋਈ ਮੁਸ਼ਕਿਲ ਵੀ ਆਈ? ਬੱਚਿਆਂ ਦੇ ਮਾਪੇ ਹੋ ਸਕਦਾ ਕਿ ਉਹ ਨਹੀਂ ਸੁਣਦੇ ਹੋਗੇ, ਕਹਿੰਦੇ ਹੋਗੇ ਅਸੀਂ ਬੱਚਿਆਂ ਨੂੰ ਨਹੀਂ ਪੜ੍ਹਾਉਣਾ। ਕਿਸ ਤਰ੍ਹਾਂ ਤੁਸੀਂ ਉਹਨਾਂ ਬੱਚਿਆਂ ਨੂੰ ਮਨਾਉਂਦੇ ਸੀ ਸਕੂਲਾਂ ਦੇ ਵਿੱਚ ਪੜ੍ਹਨ ਲਈ? ਸਕੂਲ ਉਹਨਾਂ ਵਾਸਤੇ ਨਵਾਂ ਸ਼ਬਦ ਸੀ, ਉਹਨਾਂ ਨੂੰ ਪਤਾ ਨਹੀਂ ਸੀ ਸਕੂਲ ਕੀ ਹੁੰਦਾ, ਤੇ ਇਸ ਕਰਕੇ ਉਹਨਾਂ ਨੂੰ ਇਹ ਕਹਿਣਾ ਵੀ ਸਕੂਲ ਤੁਸੀਂ ਨਹੀਂ ਗਏ, ਤੇ ਉਹਨਾਂ ਨੂੰ ਪਤਾ ਹੀ ਨਹੀਂ ਸੀ ਸਕੂਲ ਹੁੰਦਾ ਕੀ ਹੈ। ਨਾ ਮਾਂ ਬਾਪ ਦਾ ਕੋਈ ਇੰਟਰਸਟ ਸੀ, ਕਿਉਂਕਿ ਨਾ ਮਾਂ ਬਾਪ ਪੜ੍ਹੇ ਸੀਗੇ। ਉਹਨਾਂ ਨੂੰ ਇੱਕੋ ਚੀਜ਼ ਪਤਾ ਸੀ ਵੀ ਕਬਾੜ ਕਿੱਦਾਂ ਚੱਕਣਾ ਅਤੇ ਕਬਾੜ ਚੱਕ ਕੇ ਉਹਨੂੰ ਕਿੱਦਾਂ ਵੇਚਣਾ, ਉਹ 'ਚੋਂ ਪੈਸੇ ਕਮਾ ਕੇ ਰਾਸ਼ਨ ਕਿੱਦਾਂ ਲਿਆਉਣਾ, ਅਤੇ ਬੱਚਿਆਂ ਦਾ ਖੇਲ ਕੂਦ ਜਿਹੜਾ ਸੀਗਾ ਉਹ ਵੀ ਕਬਾੜ ਦੇ ਅੰਦਰ ਹੀ ਹੁੰਦਾ ਸੀ। ਆਹੀ ਉਹਨਾਂ ਦਾ ਜੀਵਨ ਸੀ। ਇਹ ਨਵਾਂ ਸ਼ਬਦ ਸੀ ਪੜ੍ਹਾਈ ਉਹਨਾਂ ਵਾਸਤੇ। ਉਹਨਾਂ ਨੂੰ ਪੜ੍ਹਾ ਰਹੇ ਹਾਂ, ਤੁਸੀਂ ਪੜ੍ਹਾਉਂਦੇ ਆ। A for ਐਡਮਿਨਿਸਟ੍ਰੇਸ਼ਨ, B for ਬੈਲਟ ਬਾਕਸ, C for ਕੌਨਸਟੀਟਿਊਸ਼ਨ। ਕਿਸ ਤਰ੍ਹਾਂ ਤੁਸੀਂ ਕਾਨੂੰਨ ਦੇ ਨਾਲ ਜੋੜਿਆ ਬੱਚਿਆਂ ਨੂੰ? ਲੇਕਿਨ ਉਹ ਦਿਲਚਸਪੀ ਕ੍ਰੀਏਟ ਕਰਨ ਵਾਸਤੇ ਮੈਨੂੰ ਕਾਫੀ ਕੁਝ ਕਰਨਾ ਪਿਆ। ਉਹਨਾਂ ਨਾਲ ਮੈਂ ਦੋਸਤੀ ਦਾ ਰਾਬਤਾ ਕਾਇਮ ਕੀਤਾ। 5-6 ਮਹੀਨੇ ਮੈਂ ਉਹਨਾਂ ਨੂੰ ਪੜ੍ਹਾਈ ਦੀ ਕੋਈ ਗੱਲ ਨਹੀਂ ਕੀਤੀ। ਜਦੋਂ ਮੈਂ ਬੱਚਿਆਂ ਨੂੰ ਪੜ੍ਹਾ ਰਿਹਾ ਸੀਗਾ, ਮਨ 'ਚ ਸਵਾਲ ਸੀਗਾ ਕਿ ਇਹਨਾਂ ਨੇ ਬਹੁਤ ਘੱਟ ਉਮਰ ਤੱਕ ਪੜ੍ਹਨਾ ਹੈ, ਅਤੇ ਉਸ ਘੱਟ ਉਮਰ ਦੇ ਵਿੱਚ ਇਹਨਾਂ ਨੂੰ ਵਧੀਆ ਤੋਂ ਵਧੀਆ ਸਿੱਖਿਆ ਦੇਣੀ ਹੈ। ਇੱਥੇ ਕਿਸੇ ਸਰਕਾਰ ਵੱਲੋਂ ਜਾਂ ਕਿਸੇ ਹੋਰ ਸਾਥੀ ਵੱਲੋਂ ਤੁਹਾਡੀ ਸਪੋਰਟ ਕੀਤੀ ਗਈ ਕਿ ਚਲੋ ਤੁਸੀਂ ਕਰ ਰਹੇ ਹਾਂ, ਅਸੀਂ ਵੀ ਤੁਹਾਡੇ ਨਾਲ ਮਿਲ ਕੇ ਹੋਰਾਂ ਨੂੰ ਵੀ ਜਾਗਰੂਕ ਕਰੀਏ, ਕਿ ਤੁਸੀਂ ਇਕੱਲੇ ਹੀ ਲੱਗੇ ਰਹੇ? ਜਿਹੜੇ ਮੇਰੇ ਨਾਲ ਜੁੜਨਾ ਚਾਹੁੰਦੇ ਸੀ, ਅਤੇ ਉਹਨਾਂ ਨੂੰ ਮੈਂ ਪ੍ਰੇਰਿਤ ਕੀਤਾ ਵੀ ਦੇਖੋ, ਜਿਹੜੇ ਬੱਚੇ ਮੈਂ ਪੜ੍ਹਾ ਰਿਹਾ ਤੇ ਪੜ੍ਹਾਈ ਰਿਹਾ, ਤੁਸੀਂ ਮਦਦ ਕਰੋ ਹੋਰ ਬੱਚਿਆਂ ਨੂੰ ਪੜ੍ਹਾਉਣ ਦੀ, ਕਿਉਂਕਿ ਬੱਚੇ ਤਾਂ ਹਿੰਦੁਸਤਾਨ 'ਚ ਹਰ ਜਗ੍ਹਾ ਦੇ ਉੱਪਰ ਨੈਗਲੈਕਟਡ ਨੇ। ਅਤੇ ਉਸ ਦੇ ਨਾਲ ਜਿਹੜੇ ਲੋਕ ਬਿਲਕੁਲ ਸਿੰਸੀਅਰ ਸੀਗੇ, ਉਹ ਮੇਰੇ ਨਾਲ ਜੁੜੇ। ਫॉर ਡੈਮੋਕ੍ਰੇਸੀ ਨਹੀਂ ਪੜ੍ਹਾਉਂਦੇ, ਡੈਮੋਕ੍ਰੇਸੀ ਦਾ ਪੂਰਾ ਸਿਸਟਮ ਐਕਸਪਲੇਨ ਕਰਦੇ ਆ ਬੜੇ ਹੀ ਪ੍ਰੈਕਟੀਕਲ ਵੇ ਦੇ ਨਾਲ। ਹੁਣ ਸਾਰਾ ਦਾ ਸਾਰਾ ਜਿਹੜਾ ਸਾਡਾ ਦੇਸ਼ ਦਾ ਸਿਸਟਮ ਹੈ, ਉਹ ਕੌਨਸਟੀਟਿਊਸ਼ਨ ਦੇ ਉੱਪਰ ਬੇਸਡ ਹੈ। ਕਿ ਜਿੱਦਾਂ ਜਿਹੜਾ ਤੁਸੀਂ ਇਹ ਕੰਮ ਕਰ ਰਹੇ ਹੋ, ਇਹਦੇ ਵਿੱਚ ਕੋਈ ਫੰਡਿੰਗ ਵਗੈਰਾ ਕਿੱਥੋਂ ਆਪਣੇ ਜਿੱਦਾਂ ਤੁਸੀਂ ਲਾਇਰ ਹੋ, ਤੇ ਉਹੀ ਫੰਡਿੰਗ ਜਿਹੜੀ ਯੂਜ਼ ਕਰਦੇ ਆ, ਕਿਸ ਤਰ੍ਹਾਂ ਬੱਚਿਆਂ ਦੀ ਹੈਲਪ ਕਰਦੇ ਆ? ਇਹ ਟੋਟਲੀ ਸੈਲਫ ਫਾਈਨੈਂਸ ਪ੍ਰੋਜੈਕਟ ਹੈ। ਦੇयर इज़ नो ਪਬਲਿਕ ਮਨੀ ਇਨਵੋਲਵਡ। ਜੇ ਆਪਾਂ ਸਿਸਟਮ ਸੁਧਾਰ ਦਈਏ ਮਿਲ ਕੇ, ਤੇ ਕੋਈ ਗਰੀਬ ਨਹੀਂ ਰਹੇਗਾ। ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਾਂਗਾ, ਅਪੀਲ ਕਰਾਂਗਾ, ਆਓ ਆਪਾਂ ਰਲ ਮਿਲ ਕੇ ਸਿਸਟਮ ਦੀ ਨੌਲੇਜ ਵੰਡੀਏ, ਲੋਕਾਂ ਨੂੰ ਸਿਸਟਮ ਦੀ ਜਾਣਕਾਰੀ ਦਈਏ, ਸਿੱਖਿਆ ਬਦਲਣ ਵਾਸਤੇ ਇੱਕ ਆਵਾਜ਼ ਉਠਾਈਏ। For admin, B for ballot box, C for constitution, D for democracy. ਸਤਿ ਸ਼੍ਰੀ ਅਕਾਲ ਜੀ, ਤੁਸੀਂ ਜੁੜ ਚੁੱਕੇ ਹੋ ਨੇਸ਼ਨ ਪੋਸਟ ਦੇ ਨਾਲ। ਮੈਂ ਹਾਂ ਤੁਹਾਡੇ ਨਾਲ ਗੁਰਦੀਪ। ਅੱਜ ਦਾ ਸਮਾਂ ਉਹ ਚੱਲ ਰਿਹਾ ਜਿੱਥੇ ਕੋਈ ਵੀ ਕਿਸੇ ਨੂੰ ਸਫਲ ਹੁੰਦਾ ਦੇਖ ਨਹੀਂ ਪਾਉਂਦਾ। ਹਮੇਸ਼ਾ ਹਰ ਬੰਦਾ ਚਾਹੁੰਦਾ ਹੈ ਕਿ ਦੂਜੇ ਨੂੰ ਕਿਸ ਤਰ੍ਹਾਂ ਪਿੱਛੇ ਖਿੱਚਿਆ ਜਾਏ, ਕਿਸ ਤਰ੍ਹਾਂ ਅਸੀਂ ਕਿਸੇ ਦੀਆਂ ਲੱਤਾਂ ਵੱਢੀਏ ਕਿ ਅਗਲਾ ਬੰਦਾ ਸਫਲ ਨਾ ਹੋ ਪਾਏ। ਇੱਕ ਪੈਸੇ ਦੀ ਅਮੀਰੀ ਤੁਸੀਂ ਦੇਖੀ ਹੋਏਗੀ ਕਿ ਜਦੋਂ ਬੰਦੇ ਦੇ ਕੋਲ ਪੈਸਾ ਆ ਜਾਂਦਾ ਹੈ, ਪਰ ਜਿਹੜੇ ਨੇਕ ਕੰਮ ਕਰਨ ਤੋਂ ਚੂਕ ਜਾਂਦਾ ਹੈ। ਪਰ ਅੱਜ ਅਸੀਂ ਤੁਹਾਨੂੰ ਅਜਿਹੀ ਸ਼ਖਸੀਅਤ ਦੇ ਨਾਲ ਮਿਲਵਾਉਣ ਜਾ ਰਹੇ ਹਾਂ ਜਿਨ੍ਹਾਂ ਨੇ ਗਰੀਬ ਬੱਚਿਆਂ ਦੇ ਲਈ ਅਜਿਹਾ ਕੰਮ ਸ਼ੁਰੂ ਕੀਤਾ ਜਿਸ ਨੂੰ ਦੇਖ ਕੇ ਹਰ ਕੋਈ ਉਹਨਾਂ ਦੀ ਤਾਰੀਫ ਕਰ ਰਿਹਾ ਹੈ, ਜਿਨ੍ਹਾਂ ਦਾ ਨਾਮ ਹੈ ਹਰੀਓਮ ਜਿੰਦਲ। ਸਤਿ ਸ਼੍ਰੀ ਅਕਾਲ ਸਰ, ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਦੇ ਵਿੱਚ। ਥੈਂਕ ਯੂ ਵੈਰੀ ਮੱਚ। ਸਰ, ਜਿੱਦਾਂ ਤੁਸੀਂ ਆਪਣੀ ਸ਼ੁਰੂਆਤ ਕੀਤੀ ਹੈ, ਤੁਸੀਂ ਵੀ ਇੱਕ ਦੌਰ ਦੇ ਵਿੱਚੋਂ ਲੰਘੇ ਹੋ, ਕਿਸ ਤਰ੍ਹਾਂ ਤੁਸੀਂ ਗਰੀਬੀ ਦਾ ਉਹ ਸਮਾਂ ਕੱਟਿਆ, ਅਤੇ ਉਸ ਤੋਂ ਬਾਅਦ ਤੁਸੀਂ ਅੱਜ ਹਜ਼ਾਰਾਂ ਬੱਚਿਆਂ ਨੂੰ ਪੜ੍ਹਾ ਰਹੇ ਹਾਂ। ਸੋ ਉਸ ਦੇ ਬਾਰੇ ਕਿੱਦਾਂ ਤੁਸੀਂ ਸ਼ੁਰੂਆਤ ਕਿੱਦਾਂ ਆਪਣੀ ਜ਼ਿੰਦਗੀ ਦੇ ਵਿੱਚ ਕੀ ਸੋਚਿਆ ਕਿ ਮੈਂ ਜਿਹੜੇ ਬੱਚੇ ਨੇ ਜਿਹੜੇ ਕੂੜਾ ਚੁੱਕਦੇ ਨੇ ਮੈਂ ਉਹਨਾਂ ਨੂੰ ਪੜ੍ਹਾਉਣਾ ਹੈ, ਕਿਸ ਤਰ੍ਹਾਂ ਤੁਸੀਂ ਸ਼ੁਰੂਆਤ ਕਰਨ ਬਾਰੇ ਸੋਚਿਆ? ਦੇਖੋ, ਮੈਂ ਮਹਿਸੂਸ ਕੀਤਾ ਕਿ ਜਦੋਂ ਸਾਡੇ ਦੇਸ਼ ਦੇ ਵਿੱਚ ਕੋਈ ਆਰਥਿਕ ਤੌਰ 'ਤੇ ਗਰੀਬ ਹੋ ਜਾਂਦਾ ਹੈ, ਉਹਨੂੰ ਆਪਣੇ ਆਪ ਨੂੰ ਇੱਕ ਐਸੇ ਸੰਘਰਸ਼ ਦੇ ਵਿੱਚ ਪਾਉਣਾ ਪੈਂਦਾ ਹੈ
ਜਿੱਥੇ ਉਹਨੂੰ ਇਹ ਦੱਸਣਾ ਪੈਂਦਾ ਕਿ ਮੈਂ ਇਨਸਾਨ ਹਾਂ। ਗਰੀਬੀ ਕਰਕੇ ਉਹਨੂੰ ਇਨਸਾਨ ਵਾਲਾ ਦਰਜਾ ਵੀ ਨਹੀਂ ਮਿਲਦਾ ਤੇ ਉਹਦਾ ਸੰਘਰਸ਼ ਬਹੁਤ ਵੱਡਾ ਹੋ ਜਾਂਦਾ। ਔਰ ਉਸ ਦੇਸ਼ ਦੇ ਵਿੱਚ ਜਿੱਥੇ ਹਰ ਧਰਮ ਕਹਿੰਦਾ ਹੈ ਕਿ ਮਾਨਵ ਜਾਤੀ ਜਿਹੜੀ ਹੈ ਇੱਕ ਈਸ਼ਵਰ ਦਾ ਰੂਪ ਹੈ, ਸਾਰੇ ਇੱਕ ਈਸ਼ਵਰ ਦੀ ਸੰਤਾਨ ਹੈ, ਉੱਥੇ ਜਦੋਂ ਇਨਸਾਨ ਬੇਬਸ ਹੋ ਜਾਂਦਾ ਗਰੀਬੀ ਕਰਕੇ, ਉਹਨੂੰ ਇਹੋ ਜਿਹਾ ਅਹਿਸਾਸ ਹੁੰਦਾ ਹੈ ਕਿ ਵੀ ਮੈਂ ਗਰੀਬ ਦੇ ਘਰ ਕਿਉਂ ਪੈਦਾ ਹੋਇਆ ਜਾਂ ਮੈਂ ਗਰੀਬੀ ਦੇ ਵਿੱਚ ਕਿਉਂ ਫਸ ਗਿਆ। ਤੇ ਉਹ ਸਵਾਲ ਕਰਦਾ ਹੈ ਕਿ ਵੀ ਮੈਂ ਰੱਬ ਦਾ ਬੰਦਾ ਹੈ ਕਿ ਨਹੀਂ ਬੰਦਾ, ਹੈ ਨਾ। ਤੇ ਇਹ ਜਿਹੜਾ ਆਬਜ਼ਰਵੇਸ਼ਨ ਮੇਰੀ ਸੀਗੀ ਕਿ ਜਿੱਥੇ ਇੱਕ ਗਰੀਬ ਨੂੰ ਇਨਸਾਨ ਨਹੀਂ ਸਮਝਿਆ ਜਾਂਦਾ, ਇਹ ਮੈਨੂੰ ਬੜਾ ਪ੍ਰਭਾਵਿਤ ਕਰਦੀ ਸੀ, ਕਿਉਂਕਿ ਮੈਂ ਲੋਕਾਂ ਦੀਆਂ ਅਕਸਰ ਟਿੱਪਣੀਆਂ ਸੁਣਦਾ ਸੀਗਾ ਗਰੀਬਾਂ ਦੇ ਪ੍ਰਤੀ, ਜਿਹੜੀਆਂ ਕਿ ਬੜੀਆਂ ਹੀ ਹੀਨ ਵਾਲੀਆਂ ਹੁੰਦੀਆਂ ਸੀਗੀਆਂ। ਤੇ ਮੈਨੂੰ ਲੱਗਦਾ ਸੀਗਾ ਕਿ ਵੀ ਇਨਸਾਨਾਂ ਦੇ ਨਾਲ ਵਿਤਕਰਾ ਕਿਉਂ। ਤੇ ਇਹ ਚੀਜ਼ ਮੇਰੇ ਦਿਲ ਔਰ ਦਿਮਾਗ ਦੇ ਵਿੱਚ ਬੜੀ ਜ਼ੋਰਦਾਰ ਅਸਰ ਛੱਡ ਕੇ ਗਈ। ਤੇ ਮੈਂ ਆਪਣੇ ਕਾਲਜ ਟਾਈਮ ਤੋਂ ਹੀ ਇਹਦੇ ਉੱਪਰ ਸੋਚਦਾ ਰਹਿੰਦਾ ਸੀਗਾ। ਫਿਰ ਜਦੋਂ ਮੈਨੂੰ ਰੱਬ ਨੇ ਮੌਕਾ ਦਿੱਤਾ ਇਹਦੇ ਉੱਪਰ ਕੰਮ ਕਰਨ ਦਾ, ਤੇ ਮੈਂ ਕੰਮ ਸ਼ੁਰੂ ਕਰਤਾ। ਸਰ ਕਹਿੰਦੇ ਆ ਕਿ ਜਦੋਂ ਪੈਸਾ ਆ ਜਾਂਦਾ ਬੰਦੇ ਕੋਲ, ਬੰਦਾ ਸੋਚਦਾ ਨਾ ਕਿ ਮੈਂ ਕਿਸ ਤਰ੍ਹਾਂ ਕਿਸੇ ਦੀ ਮਦਦ ਕਰਾਂ। ਮੈਂ ਇੱਦਾਂ ਕਰਦਾ ਕਿ ਚਲੋ ਰੋਟੀ ਨਾਲ ਕਰ ਦੇਵਾਂ, ਕੱਪੜੇ ਨਾਲ ਕਰਦਾ, ਪਰ ਬਹੁਤ ਘੱਟ ਲੋਕ ਹੁੰਦੇ ਆ ਜਿਹੜੇ ਸੋਚਦੇ ਆ ਕਿ ਮੈਂ ਜ਼ਿੰਦਗੀ ਭਰ ਦੇ ਲਈ ਕਿਸੇ ਦੀ ਮਦਦ ਕਰਾਂ। ਤਾਂ ਸਿੱਖਿਆ ਹਮੇਸ਼ਾ ਇਹ ਮੰਨਿਆ ਜਾਂਦਾ ਕਿ ਸਿੱਖਿਆ ਜਿਹੜੀ ਆ ਜ਼ਿੰਦਗੀ ਭਰ ਦੇ ਲਈ ਕਿਸੇ ਨੂੰ ਜਿਹੜਾ ਉਹ ਸਫਲ ਬਣਾ ਦਿੰਦੀ ਆ। ਸੋ ਇਸ ਬਾਰੇ ਕਿੱਦਾਂ ਤੁਸੀਂ ਅੱਗੇ ਵਧੇ, ਕਿੱਦਾਂ ਤੁਸੀਂ ਸੋਚ ਲਿਆ ਕਿ ਮੈਂ ਬੱਚੇ ਜਿਹੜੇ ਆ ਉਹਨਾਂ ਨੂੰ ਲੈ ਕੇ, ਜਾਂ ਕਿੱਦਾਂ ਨਾ ਕੂੜਾ ਕਰਕਟ ਚੁੱਕਦੇ ਆ, ਮੈਂ ਉਹਨਾਂ ਲਈ ਸਕੂਲ ਬਣਾ ਦੇਵਾਂ, ਜਾਂ ਕਿਸ ਤਰ੍ਹਾਂ ਤੁਸੀਂ ਇੱਦਾਂ ਸ਼ੁਰੂਆਤ ਕਰ ਲਈ? ਇਹ ਖਿਆਲ ਕਿਸ ਤਰ੍ਹਾਂ ਆ ਗਿਆ? ਮੈਂ 2008 ਦੇ ਵਿੱਚ ਇੱਕ ਕਿਤਾਬ ਲਿਖਣੀ ਸ਼ੁਰੂ ਕੀਤੀ, ਜਿਹਦੇ ਵਿੱਚ ਇਹ ਬੇਸਿਕਲੀ ਇਹ ਕਿਤਾਬ ਸੀ ਇੱਕ ਗਰੀਬ ਬੱਚੇ ਦੀ ਬੇਬਸੀ ਸੀ ਕਿ ਉਹ ਆਪਣਾ ਟੈਲੈਂਟ ਹੋਣ ਦੇ ਬਾਵਜੂਦ ਉਹ ਬੱਚਾ ਆਪਣੀ ਜੀਵਨ ਦੇ ਵਿੱਚ ਉਹ ਤਰੱਕੀ ਨਹੀਂ ਕਰ ਪਾਉਂਦਾ ਜਿਹੜੀ ਉਹ ਡਿਜ਼ਰਵ ਕਰਦਾ ਹੈ। ਉਹਨੂੰ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈਂਦਾ ਹੈ, ਸਮਾਜਿਕ ਸੰਘਰਸ਼ ਕਰਨਾ ਪੈਂਦਾ ਹੈ, ਕਿਉਂਕਿ ਗਰੀਬ ਬੰਦੇ ਨੂੰ ਸਮਾਜ ਦੇ ਵਿੱਚ ਕੋਈ ਚੰਗਾ ਦਰਜਾ ਨਹੀਂ ਮਿਲਦਾ, ਉਹਨੂੰ ਕਿਸੇ ਤਰੀਕੇ ਦੀ ਕੋਈ ਮਦਦ ਨਹੀਂ ਮਿਲਦੀ। ਉਹ ਬੜੀ ਮਿਹਨਤ ਤੇ ਸੰਘਰਸ਼ ਕਰਦਾ ਤੇ ਇਮਾਨਦਾਰ ਰਹਿਣਾ ਚਾਹੁੰਦਾ ਹੈ। ਸਮਾਜ ਉਹਨੂੰ ਇਮਾਨਦਾਰ ਨਹੀਂ ਰਹਿਣਾ ਦਿੰਦਾ। ਸਮਾਜ ਜੇ ਬੰਦੇ ਨੂੰ ਤਰੱਕੀ ਕਰਨ ਦਾ ਰਸਤਾ ਦਿਖਾਉਂਦਾ ਹੈ ਤੇ ਉਹ ਰਸਤਾ ਜਨਰਲੀ ਭ੍ਰਿਸ਼ਟਾਚਾਰ ਦੇ ਨਾਲ ਭਰਿਆ ਹੁੰਦਾ ਹੈ। ਇਸ ਕਰਕੇ ਜਿਹੜਾ ਬੱਚਾ ਗਰੀਬ ਵੀ ਹੈ, ਮਿਹਨਤ ਕਰਨ ਵਾਲਾ ਹੈ, ਹੋਣਹਾਰ ਵੀ ਹੈ, ਪਰ ਇਮਾਨਦਾਰ ਰਹਿਣਾ ਚਾਹੁੰਦਾ, ਉਹਦਾ ਸੰਘਰਸ਼ ਕਈ ਗੁਣਾ ਵੱਧ ਜਾਂਦਾ ਹੈ। ਮੈਂ ਇਸ ਚੀਜ਼ ਨੂੰ ਲੈ ਕੇ ਇੱਕ ਕਿਤਾਬ ਲਿਖ ਰਿਹਾ ਸੀਗਾ, ਜਿਹਦੇ ਵਿੱਚ ਇੱਕ ਗਰੀਬ ਬੱਚਾ ਆਪਣੀ ਮਾਂ ਨੂੰ ਸਵਾਲ ਪੁੱਛਦਾ ਕਿ ਮਾਂ, ਮੈਂ ਵੀ ਬੱਚਾ ਹੈ ਤੇ ਅਮੀਰ ਬਾਪ ਦਾ ਬੱਚਾ ਵੀ ਬੱਚਾ ਹੈ। ਅਮੀਰ ਬਾਪ ਦੇ ਬੱਚੇ ਕੋਲ ਸਾਰਾ ਕੁਝ ਹੈ, ਵਧੀਆ ਖਿਡੌਣੇ ਹੈ, ਵਧੀਆ ਪਾਉਣ ਨੂੰ ਕੱਪੜੇ ਹੈ, ਵਧੀਆ ਖਾਂਦਾ ਪੀਂਦਾ, ਵਧੀਆ ਸਕੂਲ ਜਾਂਦਾ ਹੈ, ਤੇ ਕਹਿੰਦਾ ਮੇਰੇ ਕੋਲ ਪੈਰ ਦੀ ਚੱਪਲ ਛੱਡੋ, ਖਾਣ ਨੂੰ ਰੋਟੀ ਵੀ ਹੈ ਨਹੀਂ। ਤੇ ਫਰਕ ਕੀ ਹੈ ਦੋਵਾਂ 'ਚ? ਇਸ ਸਵਾਲ ਨੂੰ ਲੈ ਕੇ ਇੱਕ ਮੈਂ ਜਦੋਂ ਕਿਤਾਬ ਲਿਖ ਰਿਹਾ ਸੀਗਾ, ਉਹ ਬੱਚਾ ਬੇਬਸ ਬੱਚਾ ਇਹਦਾ ਜਵਾਬ ਮੰਗਣਾ ਚਾਹੁੰਦਾ ਵੀ ਮੈਂ ਗਰੀਬ ਕਿਉਂ ਹਾਂ, ਤੇ ਉਹ ਆਪਣੇ ਥਰੂ ਹੋਰ ਗਰੀਬ ਬੱਚਿਆਂ ਦੀ ਪੀੜਾ ਨੂੰ ਵੀ ਸਮਝਦਾ ਤੇ ਉਹ ਚਾਹੁੰਦਾ ਵੀ ਸਾਰੇ ਬੱਚਿਆਂ ਦੀ ਪੀੜਾ ਦੂਰ ਹੋਵੇ। ਇਸ ਕਿਤਾਬ ਨੂੰ ਜਦੋਂ ਮੈਂ ਲਿਖ ਰਿਹਾ ਸੀਗਾ, ਤੇ ਇਹਦੇ ਕਰਕੇ ਜਦੋਂ ਮੈਂ ਕਿਤਾਬ ਲਿਖ ਰਿਹਾ ਸੀ, ਉਦੋਂ ਮੇਰਾ ਬਿਜ਼ਨਸ ਸੀ ਇੰਟਰਨੈਸ਼ਨਲ ਟਰਾਂਸਪੋਰਟੇਸ਼ਨ ਦਾ। ਬਿਜ਼ਨਸ ਮੇਰਾ ਬਹੁਤ ਵੈਲ ਇਸਟੈਬਲਿਸ਼ ਸੀਗਾ। ਜਰਮਨੀ 'ਚ ਮੇਰੇ ਕੰਪਨੀ ਸੀਗੀ ਬਹੁਤ ਵੱਡੀ, ਉਹਨਾਂ ਦੇ ਨਾਲ ਮੇਰੀ ਸਾਂਝ ਸੀਗੀ। ਪਰ ਲੇਕਿਨ ਇਹ ਜਿਹੜਾ ਵਿਚਾਰ ਸੀਗਾ, ਜਿਹੜਾ ਗਰੀਬ ਬੱਚੇ ਦਾ ਸੰਘਰਸ਼ ਸੀ, ਇਹਦਾ ਮੇਰੇ ਮਨ ਦੇ ਉੱਪਰ ਬੜਾ ਵੱਡਾ ਪ੍ਰਭਾਵ ਸੀ, ਤੇ ਮੈਂ ਇਹਦੇ ਤੋਂ ਬਾਹਰ ਨਹੀਂ ਸੀ ਕਦੇ ਨਿਕਲਿਆ। ਤੁਸੀਂ ਸੋਚਿਆ ਕਿ ਮੈਂ ਸਿੱਖਿਆ ਦੇ ਨਾਲ ਹੀ ਮਦਦ ਕਰਾਂ ਨਾ? ਨਹੀਂ, ਪਹਿਲਾਂ ਮੈਂ ਸਾਰੇ ਸਿਸਟਮ ਨੂੰ ਜਾਣਨ ਦੀ ਕੋਸ਼ਿਸ਼ ਕੀਤੀ ਵੀ ਸਿਸਟਮ ਕੀ ਹੈ। ਉਸ ਸਿਸਟਮ ਦੇ ਉੱਪਰ ਮੈਂ ਕਿਤਾਬ ਲਿਖਣੀ ਸ਼ੁਰੂ ਕੀਤੀ। ਜਦੋਂ ਮੈਂ ਸਿਸਟਮ ਦੇ ਉੱਪਰ ਕਿਤਾਬ ਲਿਖ ਰਿਹਾ ਸੀਗਾ, ਉਸ ਟਾਈਮ ਦੇ ਉੱਪਰ ਮੈਨੂੰ ਖਿਆਲ ਆਇਆ ਕਿ ਜਿਹੜੇ ਬੱਚਿਆਂ ਦੇ ਉੱਪਰ ਮੈਂ ਕਿਤਾਬ ਲਿਖ ਰਿਹਾ, ਔਰ ਲੋਕਾਂ ਦਾ ਮੰਨਣਾ ਸੀ, ਕਹਿਣਾ ਸੀ ਕਿ ਇਹ ਬੱਚੇ ਇੱਦਾਂ ਹੀ ਰਹਿਣਗੇ, ਪੜ੍ਹਨਗੇ ਨਹੀਂ। ਤੇ ਉਸ ਚੀਜ਼ ਨੂੰ ਮੈਂ ਇੱਕ ਚੈਲੰਜ ਮੰਨ ਲਿਆ। ਤੇ ਸਭ ਤੋਂ ਨਿਗਲੈਕਟਡ ਔਰ ਸਭ ਤੋਂ ਡਿਪਰਾਈਵਡ ਬੱਚੇ, ਉਹ ਮੈਨੂੰ ਲੱਗੇ ਝੁੱਗੀ ਝੌਂਪੜੀ 'ਚ ਕੂੜਾ ਚੱਕਣ ਵਾਲੇ ਬੱਚੇ। ਤੇ ਮੈਨੂੰ ਲੱਗਿਆ ਵੀ ਜਿਹੜੇ ਲੋਕਾਂ ਨੇ ਇਹ ਗੱਲ ਕਹੀ ਹੈ ਕਿ ਵੀ ਇਹ ਬੱਚੇ ਨੇ ਸੁਧਰਨਾ ਨਹੀਂ, ਤੇ ਮੈਂ ਕਿਹਾ ਮੈਂ ਸਭ ਤੋਂ ਨਿਗਲੈਕਟਡ ਬੱਚਿਆਂ ਨੂੰ ਅਗਰ ਮੈਂ ਟਰਾਂਸਫਾਰਮ ਕਰ ਲਾਂਗਾ ਤੇ ਫਿਰ ਤਾਂ ਕੋਈ ਵੀ ਬੱਚਾ ਟਰਾਂਸਫਾਰਮ ਹੋ ਜਾਏਗਾ। ਫਿਰ ਮੈਂ ਦੇਖਿਆ ਵੀ ਇਹ ਬੱਚਿਆਂ ਨੂੰ ਪੜ੍ਹਾਈ
ਦੇਣੀ ਸ਼ੁਰੂ ਕਰੋ, ਇਹਨਾਂ ਨੂੰ ਪੜ੍ਹਾਈ ਵਾਲੇ ਪਾਸੇ ਪਾਓ ਤਾਂ ਕਿ ਉਹਨਾਂ ਨੂੰ ਜੀਵਨ ਦੀ ਸਮਝ ਆਵੇ, ਇਹ ਆਪਣੇ ਪੈਰਾਂ 'ਤੇ ਖੜੇ ਹੋ ਸਕਣ। ਤੇ ਇਸ ਤਰੀਕੇ ਦੇ ਨਾਲ ਪੜ੍ਹਾਈ ਦਾ ਸਿਲਸਿਲਾ ਮੈਂ ਇਹਨਾਂ ਦੇ ਨਾਲ ਸ਼ੁਰੂ ਕੀਤਾ। ਸਰ ਕਈ ਵਾਰ ਇੱਦਾਂ ਹੁੰਦਾ ਵਾ ਕਿ ਆਪਾਂ ਚਲੋ ਸਿੱਖਿਆ ਦੇ ਨਾਲ ਉਹਨਾਂ ਦਾ ਮਦਦ ਕੀਤੀ, ਪਰ ਕਈ ਵਾਰ ਕੁਝ ਮੁਸ਼ਕਿਲਾਂ ਵੀ ਇਸ ਤਰ੍ਹਾਂ ਦੀਆਂ ਆਉਂਦੀਆਂ ਵਾ ਕਿ ਤੁਸੀਂ ਇਕੱਲਿਆਂ ਨੇ ਸ਼ੁਰੂ ਕੀਤਾ ਨਾ ਇਹ ਕੰਮ, ਕਿ ਜਿੰਨੇ ਵੀ ਝੁੱਗੀ ਝੋਪੜੀਆਂ ਦੇ ਵਿੱਚ ਬੱਚੇ ਰਹਿੰਦੇ ਆ, ਚਲੋ ਮੈਂ ਉਹਨਾਂ ਦੇ ਲਈ ਸਕੂਲ ਬਣਾਉਣਾ, ਜਾਂ ਜਿਨ੍ਹਾਂ ਕੋਲ ਪੈਸੇ ਨਹੀਂ ਆ ਮੈਂ ਉਹਨਾਂ ਨੂੰ ਸਕੂਲ ਦੇ ਵਿੱਚ ਭਰਤੀ ਕਰਵਾਉਣਾ, ਪਰ ਇਕੱਲਿਆਂ ਨੇ ਸ਼ੁਰੂਆਤ ਕੀਤੀ, ਕੋਈ ਮੁਸ਼ਕਿਲ ਵੀ ਆਈ, ਬੱਚਿਆਂ ਦੇ ਮਾਪੇ ਹੋ ਸਕਦਾ ਕਿ ਉਹ ਨਹੀਂ ਸੁਣਦੇ ਹੋਗੇ, ਕਹਿੰਦੇ ਹੋਗੇ ਅਸੀਂ ਬੱਚਿਆਂ ਨੂੰ ਨਹੀਂ ਪੜ੍ਹਾਉਣਾ, ਕਿਸ ਤਰ੍ਹਾਂ ਤੁਸੀਂ ਉਹਨਾਂ ਬੱਚਿਆਂ ਨੂੰ ਮਨਾਉਂਦੇ ਸੀ ਸਕੂਲਾਂ ਦੇ ਵਿੱਚ ਪੜ੍ਹਨ ਲਈ, ਜਾਂ ਬੱਚੇ ਰਾਜ਼ੀ ਹੋ ਜਾਂਦੇ ਸੀ ਅਸੀਂ ਸਕੂਲ ਨਹੀਂ ਦੇਖਿਆ, ਤੁਸੀਂ ਅਗਰ ਤਾਂ ਸਾਨੂੰ ਸਕੂਲ 'ਚ ਜਾਂ ਤੁਸੀਂ ਸਾਨੂੰ ਪੜ੍ਹਾਉਂਦੇ ਆ ਤਾਂ ਅਸੀਂ ਪੜ੍ਹਨਾ ਚਾਹੁੰਦੇ, ਉਹਨਾਂ ਵੱਲੋਂ ਹਾਮੀ ਮਿਲ ਜਾਂਦੀ ਸੀ ਤੁਹਾਨੂੰ? ਸਕੂਲ ਉਹਨਾਂ ਵਾਸਤੇ ਨਵਾਂ ਸ਼ਬਦ ਸੀ, ਉਹਨਾਂ ਨੂੰ ਪਤਾ ਨਹੀਂ ਸੀ ਸਕੂਲ ਕੀ ਹੁੰਦਾ, ਤੇ ਇਸ ਕਰਕੇ ਉਹਨਾਂ ਨੂੰ ਇਹ ਕਹਿਣਾ ਵੀ ਸਕੂਲ ਤੁਸੀਂ ਨਹੀਂ ਗਏ, ਤੇ ਉਹਨਾਂ ਨੂੰ ਪਤਾ ਹੀ ਨਹੀਂ ਸੀ ਸਕੂਲ ਹੁੰਦਾ ਕੀ ਹੈ। ਨਾ ਮਾਂ ਬਾਪ ਦਾ ਕੋਈ ਇੰਟਰਸਟ ਸੀ, ਕਿਉਂਕਿ ਨਾ ਮਾਂ ਬਾਪ ਪੜ੍ਹੇ ਸੀਗੇ। ਉਹਨਾਂ ਨੂੰ ਇੱਕੋ ਚੀਜ਼ ਪਤਾ ਸੀ ਵੀ ਕਬਾੜ ਕਿੱਦਾਂ ਚੱਕਣਾ ਤੇ ਕਬਾੜ ਚੱਕ ਕੇ ਉਹਨੂੰ ਕਿੱਦਾਂ ਵੇਚਣਾ, ਉਹ 'ਚੋਂ ਪੈਸੇ ਕਮਾ ਕੇ ਰਾਸ਼ਨ ਕਿੱਦਾਂ ਲਿਆਉਣਾ, ਤੇ ਬੱਚਿਆਂ ਦਾ ਖੇਲ ਕੂਦ ਜਿਹੜਾ ਸੀਗਾ ਉਹ ਵੀ ਕਬਾੜ ਦੇ ਅੰਦਰ ਹੀ ਹੁੰਦਾ ਸੀ। ਆਹੀ ਉਹਨਾਂ ਦਾ ਜੀਵਨ ਸੀ। ਇਹ ਨਵਾਂ ਸ਼ਬਦ ਸੀ ਪੜ੍ਹਾਈ ਉਹਨਾਂ ਵਾਸਤੇ। ਲੇਕਿਨ ਉਹ ਦਿਲਚਸਪੀ ਕ੍ਰੀਏਟ ਕਰਨ ਵਾਸਤੇ ਮੈਨੂੰ ਕਾਫੀ ਕੁਝ ਕਰਨਾ ਪਿਆ। ਪਹਿਲਾਂ ਮੈਂ ਗੋਲੀਆਂ, ਟੋਫੀਆਂ, ਚੋਕਲੇਟਸ ਵੰਡਦਾ ਰਿਹਾ, ਲੱਡੂ ਵੰਡਦਾ ਰਿਹਾ। ਫਿਰ ਮੇਰਾ ਨਾਮ ਲੱਡੂ ਵਾਲੇ ਅੰਕਲ ਪੈ ਗਿਆ ਸੀਗਾ। ਬੱਚੇ ਮੈਨੂੰ ਦੂਰੋਂ ਕਹਿੰਦੇ ਸੀ ਲੱਡੂ ਵਾਲੇ ਅੰਕਲ ਆ ਗਏ। ਉਹਨਾਂ ਨਾਲ ਮੈਂ ਦੋਸਤੀ ਦਾ ਰਾਬਤਾ ਕਾਇਮ ਕੀਤਾ। 5-6 ਮਹੀਨੇ ਮੈਂ ਉਹਨਾਂ ਨੂੰ ਪੜ੍ਹਾਈ ਦੀ ਕੋਈ ਗੱਲ ਨਹੀਂ ਕੀਤੀ। 5-6 ਮਹੀਨੇ ਤਾਂ ਮੈਂ ਗੋਲੀਆਂ, ਟੋਫੀਆਂ, ਚੋਕਲੇਟ ਹੀ ਵੰਡਦਾ ਰਿਹਾ। ਜਦੋਂ ਉਹਨਾਂ ਦਾ ਵਿਸ਼ਵਾਸ ਮੇਰੇ ਅੰਦਰ ਬਣ ਗਿਆ ਤੇ ਉਸ ਦੌਰਾਨ ਸੱਚ ਮੈਂ ਉਹਨਾਂ ਨੂੰ ਕਹਾਣੀਆਂ ਸੁਣਾਇਆ ਕਰਦਾ ਸੀਗਾ। ਉਹ ਕਹਾਣੀਆਂ ਸੁਣਨ 'ਚ ਬੜੇ ਦਿਲਚਸਪੀ ਰੱਖਦੇ ਸੀਗੇ। ਜਦੋਂ ਉਹਨਾਂ ਨੇ ਵਿਸ਼ਵਾਸ ਮੇਰੇ ਅੰਦਰ ਬਣ ਗਿਆ, ਕਹਾਣੀਆਂ ਸੁਣਨ 'ਚ ਦੇ ਨਾਲ ਉਹਨਾਂ ਦੀ ਦਿਲਚਸਪੀ ਕ੍ਰੀਏਟ ਹੋ ਗਈ। ਫਿਰ ਉਹਨਾਂ ਨੂੰ ਮੈਂ ਕਿਹਾ ਬੱਚਿਆਂ ਨੂੰ ਕਿ ਤੁਸੀਂ ਕਦੋਂ ਤੱਕ ਮੇਰੇ ਤੋਂ ਕਹਾਣੀਆਂ ਸੁਣੋਗੇ, ਤੁਸੀਂ ਆਪ ਕਹਾਣੀ ਪੜ੍ਹਨ ਲਾਇਕ ਕਿਉਂ ਨਹੀਂ ਬਣਦੇ। ਉਹ ਫਿਰ ਉੱਥੋਂ ਮੈਂ ਇੰਟਰਸਟ ਉਹਨਾਂ ਦਾ ਟ੍ਰਿਗਰ ਕਰਕੇ ਉਹਨਾਂ ਨੂੰ ਪੜ੍ਹਾਈ ਵਾਲੇ ਪਾਸੇ ਲਗਾਇਆ ਅਤੇ ਇਸ ਤਰੀਕੇ ਦੇ ਨਾਲ ਪੜ੍ਹਾਈ ਦਾ ਸਿਲਸਿਲਾ ਸ਼ੁਰੂ ਹੋਇਆ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਮਾਂ ਬਾਪ ਵੀ ਨਹੀਂ ਸੀ ਚਾਹੁੰਦੇ, ਕਿਉਂਕਿ ਉਹਨਾਂ ਨੂੰ ਪਤਾ ਨਹੀਂ ਸੀ ਪੜ੍ਹਾਈ ਕੀ ਕਰ ਸਕਦੀ ਹੈ। ਬੱਚਿਆਂ ਨੂੰ ਵੀ ਨਹੀਂ ਸੀ ਪਤਾ, ਪਰ ਬੱਚਿਆਂ ਨੇ ਕਹਾਣੀ ਦੇ ਥਰੂ ਦਿਲਚਸਪੀ ਪੈਦਾ ਹੋਈ। ਮਾਂ ਬਾਪ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਮੈਂ ਮਨਾਉਂਦਾ ਸੀਗਾ ਔਰ ਹਰ ਰੋਜ਼ ਹੀ ਮਨਾਉਂਦਾ ਸੀਗਾ ਵੀ ਬੱਚਿਆਂ ਨੂੰ ਪੜ੍ਹਾਓ। ਤੇ ਹੁਣ ਤੁਹਾਡੇ ਕਿੰਨੇ ਕੁ ਸਕੂਲ ਚੱਲਦੇ ਆ, ਕਿੰਨੇ ਕੁ ਬੱਚੇ ਤੁਹਾਡੇ ਕੋਲ ਇਸ ਟਾਈਮ ਪੜ੍ਹ ਰਹੇ ਆ? ਸਿਰਫ ਲੁਧਿਆਣੇ ਦੇ ਵਿੱਚ ਹੀ ਕਰ ਰਹੇ ਹੋ ਜਾਂ ਹੋਰ ਵੀ ਕਿਤੇ ਸਕੂਲ ਖੁੱਲ੍ਹੇ ਹੋਏ ਆ, ਬੱਚੇ ਜਾਂਦੇ ਆ? ਇਸ ਤਰ੍ਹਾਂ ਜਦੋਂ ਮੈਂ ਬੱਚੇ ਲੁਧਿਆਣੇ ਪੜ੍ਹਾ ਰਿਹਾ ਸੀਗਾ, ਮੇਰੇ ਮਨ ਦੇ ਵਿੱਚ ਇੱਕ ਸਵਾਲ ਆਇਆ ਕਿ ਇਹਨਾਂ ਬੱਚਿਆਂ ਨੂੰ ਕੀ ਪੜ੍ਹਾਉਣਾ ਹੈ। ਤੁਸੀਂ ਦੇਖਿਆ ਹੋਊਗਾ ਝੁੱਗੀ ਝੌਂਪੜੀ ਦੇ ਵਿੱਚ ਜਿਹੜੇ ਬੱਚੇ ਰਹਿੰਦੇ ਨੇ ਉਹਨਾਂ ਵਿੱਚ ਬਾਲ ਵਿਵਾਹ ਬਹੁਤ ਹੀ ਕਾਮਨ ਜੀ ਗੱਲ ਹੈ। 14-15 ਸਾਲ ਦੀ ਉਮਰ 'ਚ ਇਹਨਾਂ ਬੱਚਿਆਂ ਦੀ ਸ਼ਾਦੀ ਹੋ ਜਾਂਦੀ ਹੈ। ਇਹਨਾਂ ਨੇ ਮੈਨੂਅਲ ਵਰਕ ਕਰਨਾ ਹੁੰਦਾ ਹੈ। 14-15 ਸਾਲ 'ਚ ਮੈਨੂਅਲ ਵਰਕ ਸਟਾਰਟ ਕਰ ਦਿੰਦੇ ਨੇ, ਫਿਰ ਵਿਆਹ ਕਰ ਲੈਂਦੇ, ਬੱਚੇ ਵੀ ਕਰ ਲੈਂਦੇ ਨੇ। ਹੁਣ ਜੇ ਤੁਸੀਂ ਇਹਨਾਂ ਨੂੰ ਬਹੁਤ ਕੋਸ਼ਿਸ਼ ਕਰਕੇ ਪੜ੍ਹਾਉਣਾ ਵੀ ਸ਼ੁਰੂ ਕਰਦੇ ਹੋ ਅਤੇ ਜਦੋਂ ਇਹਨਾਂ ਨੇ 14-15 ਸਾਲ ਦਾ ਉਹਨਾਂ ਨੇ ਭੱਜ ਜਾਣਾ, ਅਤੇ ਮੈਨੂੰ ਲੱਗਿਆ ਵੀ ਇਹਨਾਂ ਨੂੰ ਕੀ ਸਿੱਖਿਆ ਦਿੱਤੀ ਜਾਵੇ ਜਿਹੜੀ ਇਹਨਾਂ ਦੇ ਵੀ ਕੰਮ ਆਵੇ ਅਤੇ ਦੇਸ਼ ਦੇ ਵੀ ਕੰਮ ਆਵੇ, ਜਿਹਦੇ ਨਾਲ ਬੱਚਿਆਂ ਦਾ ਜੀਵਨ ਸੁਧਰੇ ਹੀ ਸੁਧਰੇ, ਸਾਡੇ ਦੇਸ਼ ਦੇ ਸਿਸਟਮ ਸੁਧਰਨ, ਤਾਂ ਕਿ ਆਉਣ ਵਾਲੇ ਟਾਈਮ 'ਚ ਇੱਕ ਐਸਾ ਸੁਨਹਿਰਾ ਦੇਸ਼ ਬਣ ਜਾਏ ਕਿ ਜਿਹਦੇ ਵਿੱਚ ਕੋਈ ਵੀ ਬੱਚਾ ਜਿਹੜਾ ਹੈਗਾ ਉਹ ਨਿਗਲੈਕਟ ਨਾ ਰਹੇ। ਅਸੀਂ ਇਹ ਵੀ ਦੇਖਿਆ ਕਿ ਜਿਹੜੇ ਬੱਚੇ ਤੁਸੀਂ ਪੜ੍ਹਾ ਰਹੇ ਹੋ ਪੂਰੀ ਇੰਗਲਿਸ਼ ਬੋਲਦੇ ਆ, ਪੂਰੀ ਫਲੂਐਂਟ ਇੰਗਲਿਸ਼ ਬੋਲਦੇ ਆ। ਮਤਲਬ ਬੰਦਾ ਹੈਰਾਨ ਹੋ ਜਾਂਦਾ ਕਿ ਸਰਕਾਰੀ ਸਕੂਲਾਂ, ਜਿਹੜੇ ਸਰਕਾਰ ਦੇ ਸਕੂਲ ਆ, ਉਹਨਾਂ ਸਕੂਲਾਂ ਦੇ ਵਿੱਚ ਵੀ ਪੜ੍ਹਨ ਵਾਲੇ ਵਿਦਿਆਰਥੀ ਐਨੀ ਇੰਗਲਿਸ਼ ਨਹੀਂ, ਐਨੇ ਜਾਗਰੂਕ ਨਹੀਂ ਹੁੰਦੇ ਜਿੰਨਾ ਸਰ ਜਿਹੜੇ ਸਕੂਲ ਚਲਾਉਂਦੇ ਆ ਉਹਨਾਂ ਦੇ ਬੱਚੇ ਐਨੇ ਜਾਗਰੂਕ ਹੋਏ ਆ। ਸਰ ਤੁਸੀਂ ਉਹਨਾਂ ਬੱਚਿਆਂ ਨੂੰ ਸਿਸਟਮ ਦੇ ਨਾਲ ਕਿੱਦਾਂ ਜੋੜਿਆ? ਤੁਸੀਂ ਕਾਨੂੰਨੀ ਪੜ੍ਹਾਈ ਦਿੰਦੇ ਆ ਨਾ, ਇੱਕ ਅਲਫਾਬੈਟ ਬਹੁਤ ਜ਼ਿਆਦਾ ਫੇਮਸ ਆ ਉਹ ਬੁੱਕ, ਜਿਹਦੇ ਵਿੱਚ ਸਕੂਲਾਂ ਦੇ ਵਿੱਚ ਆਮ ਬੱਚਿਆਂ ਨੂੰ ਪੜ੍ਹਾਇਆ ਜਾਂਦਾ A for ਐਪਲ, B for ਬਾਲ, ਪਰ ਜਿਹੜੇ ਸਰ ਤੁਸੀਂ ਉਹਨਾਂ ਨੂੰ ਪੜ੍ਹਾ ਰਹੇ ਆ, ਤੁਸੀਂ ਪੜ੍ਹਾਉਂਦੇ ਆ A for ਐਡਮਿਨਿਸਟ੍ਰੇਸ਼ਨ, B for ਬੈਲਟ ਬਾਕਸ, C for ਕੌਨਸਟੀਟਿਊਸ਼ਨ। ਕਿਸ ਤਰ੍ਹਾਂ ਤੁਸੀਂ ਕਾਨੂੰਨ ਦੇ ਨਾਲ ਜੋੜਿਆ ਬੱਚਿਆਂ ਨੂੰ? ਮੈਂ ਤੁਹਾਨੂੰ ਦੱਸਿਆ ਕਿ ਜਦੋਂ ਮੈਂ ਬੱਚਿਆਂ ਨੂੰ ਪੜ੍ਹਾ ਰਿਹਾ ਸੀਗਾ, ਮਨ 'ਚ ਸਵਾਲ ਸੀਗਾ ਕਿ ਇਹਨਾਂ ਨੇ ਬਹੁਤ ਘੱਟ ਉਮਰ ਤੱਕ ਪੜ੍ਹਨਾ ਹੈ ਅਤੇ ਉਸ ਘੱਟ ਉਮਰ ਦੇ ਵਿੱਚ ਇਹਨਾਂ ਨੂੰ ਵਧੀਆ ਤੋਂ ਵਧੀਆ ਸਿੱਖਿਆ ਦੇਣੀ ਹੈ। ਫਿਰ ਉਹ ਵਧੀਆ ਤੋਂ ਵਧੀਆ ਸਿੱਖਿਆ ਕੀ ਸੀ ਕਿ ਅੱਜ ਸਾਡਾ ਦੇਸ਼ ਕਿੱਦਾਂ ਚੱਲਦਾ ਹੈ, ਸਿਸਟਮ ਦੇ ਨਾਲ ਬੱਚੇ ਕਿੱਦਾਂ ਜੁੜੇ ਹੋਏ ਆ, ਕਿਸ ਤਰੀਕੇ ਦੇ ਨਾਲ ਇਹਨਾਂ ਦੇ ਅਧਿਕਾਰ ਇਹਨਾਂ ਨੂੰ ਮਿਲਣਗੇ, ਅਧਿਕਾਰ ਕੀ ਹੁੰਦੇ ਆ, ਅਧਿਕਾਰ ਕਿੱਦਾਂ ਲੈਣਗੇ। ਇਹਦੀ ਮੈਂ ਕਿਹਾ ਜਦੋਂ ਇਹਨਾਂ ਨੂੰ ਜਾਣਕਾਰੀ ਮਿਲੇਗੀ ਤਦ ਇਹ ਗਰੀਬੀ ਤੋਂ ਬਾਹਰ ਆ ਪਾਉਣਗੇ। ਫਿਰ ਮੈਂ ਜਿਹੜੀ ਪੜ੍ਹਾਈ ਆਪਣੀ ਮੇਰੀ ਗ੍ਰੈਜੂਏਸ਼ਨ ਤੱਕ ਦੀ ਸੀ ਉਹਨੂੰ ਮੈਂ ਐਨਾਲਿਸਿਸ ਕੀਤਾ ਅਤੇ ਮੈਂ ਦੇਖਿਆ ਕਿ ਜੋ ਮੈਂ ਪੜ੍ਹਿਆ ਲਿਖਿਆ ਉਹ ਮੇਰੇ ਰੀਅਲ ਲਾਈਫ 'ਚ ਕਦੇ ਕੰਮ ਨਹੀਂ ਆਇਆ।
ਫਿਰ ਮੈਂ ਦੂਜਾ ਇਹ ਸੋਚਿਆ ਵੀ ਬੱਚਿਆਂ ਨੂੰ ਸਿੱਖਿਆ ਇਹਨਾਂ ਦੇ ਹੱਕਾਂ ਦੇ ਜਾਗਰਤੀ ਤੋਂ ਨਾਲ ਉਹ ਸਿੱਖਿਆ ਦੇਣੀ ਹੈ ਕਿ ਜਿੱਥੇ ਇਹਨਾਂ ਨੂੰ ਹਰ ਸ਼ਬਦ ਇਹਨਾਂ ਦੀ ਰੀਅਲ ਲਾਈਫ 'ਚ ਕੰਮ ਆਵੇ। ਫਿਰ ਮੈਂ ਜਿਹੜੀ ਸਿੱਖਿਆ ਬਣਾਈ ਉਹ ਮੋਰੈਲਿਟੀਜ਼, ਨੈਤਿਕਤਾ, ਸਾਡਾ ਸਿਸਟਮ, ਇੱਕ ਬੱਚੇ ਦੇ ਕੀ ਰਾਈਟਸ ਨੇ, ਇੱਕ ਨਾਗਰਿਕ ਦੇ ਹੋਣ ਦੇ ਨਾਤੇ ਕੀ ਰਾਈਟ ਨੇ, ਦੇਸ਼ ਕਿੱਦਾਂ ਬਣਦਾ ਹੈ, ਦੇਸ਼ ਦੀ ਕੀ ਵਿਆਖਿਆ ਹੁੰਦੀ ਹੈ, ਦੇਸ਼ ਕਿੱਦਾਂ ਚੱਲਦਾ ਹੈ, ਦੇਸ਼ ਨੂੰ ਚਲਾਉਣ ਵਾਸਤੇ ਸਾਧਨ ਕਿੱਥੋਂ ਆਉਂਦੇ ਆ, ਜੇ ਬੱਚਿਆਂ ਦੇ ਹੱਕ ਮਿਲਣੇ ਆ ਜਾਂ ਇੱਕ ਨਾਗਰਿਕ ਦੇ ਹੱਕ ਮਿਲਣੇ ਆ ਉਹਦੇ ਵਾਸਤੇ ਸਾਧਨ ਕਿੱਥੋਂ ਆਉਂਦੇ ਆ। ਮੈਂ ਕਿਹਾ ਸਾਰੀ ਇੰਟੈਗਰੇਟਿਡ ਪੜ੍ਹਾਈ ਕਰਾਈ ਜਾਵੇ। ਉਸ ਕਰਕੇ ਫਿਰ ਮੈਂ ਸਾਰੇ ਜਿਹੜੇ ਇਸ ਸਿਸਟਮ ਨੂੰ ਰਿਪਰੈਜ਼ੈਂਟ ਕਰਨ ਵਾਲੇ ਵਰਡ ਸੀਗੇ ਉਹ ਚੁਣੇ। ਜਿਵੇਂ ਆਪਾਂ ਕਹਿੰਦੇ ਆ ਸੜਕ ਖਰਾਬ ਹੈ ਜਾਂ ਬਿਜਲੀ ਨਹੀਂ ਆਉਂਦੀ, ਆਪਾਂ ਕਹਿੰਦੇ ਜੀ ਪ੍ਰਸ਼ਾਸਨ ਜ਼ਿੰਮੇਦਾਰ ਹੈ। ਹੁਣ ਪ੍ਰਸ਼ਾਸਨ ਹੈ ਕਿ ਕਿਸੇ ਨੂੰ ਪਤਾ ਹੀ ਨਹੀਂ, ਬੜੇ ਘੱਟ ਲੋਕਾਂ ਨੂੰ ਪਤਾ ਹੈ। ਫਿਰ ਮੈਂ ਕਿਹਾ ਜੀ ਇਹਨਾਂ ਨੂੰ ਐਡਮਿਨਿਸਟ੍ਰੇਸ਼ਨ ਸਿਖਾਓ, A4 ਐਡਮਿਨਿਸਟ੍ਰੇਸ਼ਨ ਸ਼ੁਰੂ ਕੀਤਾ। ਹੁਣ ਸਾਡਾ ਕੰਟਰੀ ਜਿਹੜਾ ਹੈਗਾ ਇਹ ਲੋਕਤੰਤਰ ਹੈ, ਡੈਮੋਕ੍ਰੈਟਿਕ ਕੰਟਰੀ ਹੈ। ਹੁਣ ਡੈਮੋਕ੍ਰੇਟੀ ਦੀ ਅਸਲੀ ਪਰਿਭਾਸ਼ਾ ਕੀ ਹੈ ਉਹ ਅਸੀਂ ਸਿਖਾਉਂਦੇ ਹਾਂ। ਅਸੀਂ D4 ਡੈਮੋਕ੍ਰੇਸੀ, ਇਕੱਲਾ D4 ਡੈਮੋਕ੍ਰੇਸੀ ਨਹੀਂ ਪੜ੍ਹਾਉਂਦੇ, ਡੈਮੋਕ੍ਰੇਸੀ ਦਾ ਪੂਰਾ ਸਿਸਟਮ ਐਕਸਪਲੇਨ ਕਰਦੇ ਹਾਂ ਬੜੇ ਹੀ ਪ੍ਰੈਕਟੀਕਲ ਵੇ ਦੇ ਨਾਲ। ਹੁਣ ਸਾਰਾ ਦਾ ਸਾਰਾ ਜਿਹੜਾ ਸਾਡਾ ਦੇਸ਼ ਦਾ ਸਿਸਟਮ ਹੈ ਉਹ ਕੌਨਸਟੀਟਿਊਸ਼ਨ ਦੇ ਉੱਪਰ ਬੇਸਡ ਹੈ। ਹੁਣ ਕੌਨਸਟੀਟਿਊਸ਼ਨ ਵੀ ਬਹੁਤ ਘੱਟ ਲੋਕਾਂ ਨੂੰ ਪਤਾ ਹੈ। ਅਸੀਂ ਗਰੀਬ ਬੱਚਿਆਂ ਨੂੰ ਕੌਨਸਟੀਟਿਊਸ਼ਨ ਪਹਿਲਾਂ ਹੀ ਪੜ੍ਹਾ ਦਿੰਦੇ, 5ਵੀਂ ਤੋਂ ਪਹਿਲਾਂ ਹੀ। ਇਸੇ ਤਰ੍ਹਾਂ T for ਟੈਕਸ, R for ਰਾਈਟਸ, L for ਲਾਅ, M for ਮਨੀ, K for ਨੌਲੇਜ, ਇਹ ਸਾਰੇ ਜਿਹੜੇ ਅਲਫਾਬੈਟਸ ਨੇ ਇਹ ਬਹੁਤ ਅੱਛੇ ਸਬਜੈਕਟਸ ਨੂੰ ਰਿਪਰੈਜ਼ੈਂਟ ਕਰਦੇ ਨੇ ਜਿਹੜੇ ਹਰ ਇਨਸਾਨ ਦੀ ਅਤੇ ਸਾਡੇ ਸਮਾਜ ਦੀ ਰੋਜ਼ਮਰ੍ਹਾ ਦੀ ਜ਼ਿੰਦਗੀ ਦੇ ਨਾਲ ਜੁੜੇ ਹੋਏ ਨੇ। ਔਰ ਇਸੇ ਨੌਲੇਜ ਦੇ ਨਾਲ ਹੀ ਸਾਡੇ ਦੇਸ਼ ਦੀ ਰਿਫਾਰਮ ਦਾ ਪ੍ਰੋਸੈਸ ਸ਼ੁਰੂ ਹੋਣਾ ਹੈ, ਕਿਉਂਕਿ ਇਸ ਪੜ੍ਹਾਈ ਦੇ ਨਾਲ ਬੱਚਿਆਂ ਦੇ ਅੰਦਰ ਕੈਪੇਬਿਲਿਟੀ ਡਿਵੈਲਪ ਹੋਏਗੀ ਸਿਸਟਮ ਨੂੰ ਜਾਣਨ ਦੀ, ਸਿਸਟਮ ਨੂੰ ਸਮਝਣ ਦੀ। ਅਤੇ ਜਦੋਂ ਸਿਸਟਮ ਨੂੰ ਸਮਝ ਜਾਣਗੇ, ਸਿਸਟਮ ਦੀ ਕਮੀਆਂ ਵੀ ਸਮਝਣਗੇ, ਫਿਰ ਉਹ ਕਮੀਆਂ ਨੂੰ ਦੂਰ ਕਰਨ ਵਾਸਤੇ ਆਵਾਜ਼ ਉਠਾਉਣਗੇ। ਅਤੇ ਜਦੋਂ ਜ਼ਿਆਦਾ ਬੰਦਿਆਂ ਦੀ ਗਿਣਤੀ ਵੱਧ ਗਈ ਇਹ ਸਿੱਖਿਆ ਦੇ ਨਾਲ, ਉਹਨਾਂ ਨੂੰ ਜ਼ਿਆਦਾ ਲੋਕਾਂ ਨੂੰ ਸਿਸਟਮ ਦੀ ਨੌਲੇਜ ਆ ਗਈ, ਅਤੇ ਇੱਕ ਬਹੁਮਤ ਆਵਾਜ਼ ਜਦੋਂ ਉੱਠੇਗੀ ਸਿਸਟਮ ਨੂੰ ਰਿਫਾਰਮ ਕਰਨ ਦੀ, ਅਤੇ ਸਿਸਟਮ ਸਾਡੇ ਦੇਸ਼ ਦਾ ਰਿਫਾਰਮ ਹੋ ਜਾਏਗਾ। ਉਸ ਤੋਂ ਬਾਅਦ ਕੋਈ ਵੀ ਬੱਚਾ ਜਿਹੜਾ ਹੈ ਉਹ ਨਿਗਲੈਕਟਡ ਨਹੀਂ ਰਹੇਗਾ। ਸਰ ਤੁਸੀਂ ਇੱਥੇ ਤੁਸੀਂ ਖੁਦ ਕਾਨੂੰਨੀ ਪੂਰੀ ਸਿੱਖਿਆ ਲਈ ਆ ਅਤੇ ਤੁਸੀਂ ਹੁਣ ਬੱਚਿਆਂ ਨੂੰ ਅੱਗੇ ਸਿੱਖਿਆ ਦੇ ਰਹੇ ਆ। ਤੁਹਾਨੂੰ ਲੱਗਦਾ ਹੈ ਕਿ ਉਹ ਬੱਚੇ ਆਉਣ ਵਾਲੇ ਸਮੇਂ ਦੇ ਵਿੱਚ ਦੇਸ਼ ਦੇ ਵਿੱਚ ਕੁਝ ਬਣ ਕੇ ਨਿਕਲਣਗੇ ਦੇਸ਼ ਦੀ ਸੇਵਾ ਕਰਨ ਦੇ ਲਈ, ਜਾਂ ਬਾਕੀ ਲੋਕਾਂ ਨੂੰ ਵੀ ਇਸ ਪ੍ਰਤੀ ਜਾਗਰੂਕ ਕਰਨਗੇ? ਅਸੀਂ ਨਾ ਜੀ ਬੱਚਿਆਂ ਨੂੰ ਬਹੁਤ ਹੀ ਪ੍ਰੈਕਟੀਕਲ ਢੰਗ ਦੇ ਨਾਲ ਸਿੱਖਿਆ ਦਿੰਦੇ ਹਾਂ। ਉਹਨਾਂ ਨੂੰ ਦੇਸ਼ ਦੇ ਨਾਲ ਇੱਕ ਇੱਕ ਸ਼ਬਦ ਸਾਡਾ ਜਿਹੜਾ ਬੱਚਿਆਂ ਨੂੰ ਦੇਸ਼ ਦੇ ਨਾਲ ਜੋੜਦਾ ਹੈ। ਬੱਚਿਆਂ ਨੂੰ ਇਹ ਸਮਝਾਉਂਦਾ ਹੈ ਕਿ ਕੁਛ ਬੱਚਿਆਂ ਦੀ ਸਿੱਖਿਆ ਦੇ ਨਾਲ ਇਹ ਦੇਸ਼ ਪਰਿਵਰਤਨ ਨਹੀਂ ਹੋਣਾ। ਜ਼ਿਆਦਾ ਤੋਂ ਜ਼ਿਆਦਾ ਬੱਚਿਆਂ ਨੂੰ ਸਿੱਖਿਆ ਦੇ ਕੇ ਦੇਸ਼ ਨੂੰ ਪਰਿਵਰਤਨ ਤਾਂ ਕੀਤਾ ਜਾ ਸਕਦਾ ਹੈ। ਅਸੀਂ ਸਾਡਾ S ਦਾ ਮਤਲਬ ਹੈ S for ਸੋਸ਼ਲ। ਅਸੀਂ ਉਹਨਾਂ ਨੂੰ ਸੋਸ਼ਲ ਸਰਵਿਸ ਦਾ ਮੀਨਿੰਗ ਸਮਝਾਉਂਦੇ ਹਾਂ ਕਿ ਸੋਸ਼ਲ ਸਰਵਿਸ ਕੀ ਹੁੰਦੀ ਹੈ, ਮੈਂ ਉਹਨਾਂ ਨੂੰ ਕਿਉਂ ਸੋਸ਼ਲ ਸਰਵਿਸ ਦੇ ਰਿਹਾ ਅਤੇ ਕਿਉਂ ਜ਼ਰੂਰੀ ਹੈ ਉਹਨਾਂ ਵਾਸਤੇ ਸੋਸ਼ਲ ਸਰਵਿਸ ਦੇਣਾ। ਹਰ ਬੱਚੇ ਨੂੰ ਅਸੀਂ ਪ੍ਰੇਰਿਤ ਕਰਦੇ ਹਾਂ ਵੀ ਸੈਲਫਿਸ਼ ਨਹੀਂ ਬਣਨਾ, ਸੈਲਫਲੈਸ ਬਣਨਾ। ਅਤੇ ਤੁਸੀਂ ਜੇ ਸਮਾਜ ਨੂੰ ਸੁਧਾਰਨਾ ਤਾਂ ਤੁਹਾਨੂੰ ਜ਼ਿਆਦਾ ਗਿਣਤੀ ਦੇ ਬੱਚਿਆਂ ਦੇ ਵਿੱਚ ਇਹ ਸਿੱਖਿਆ ਜਿਹੜੀ ਤੁਹਾਨੂੰ ਮਿਲਦੀ ਪਈ ਹੈ ਇਹ ਵੰਡਣਾ ਤੁਹਾਡੀ ਡਿਊਟੀ ਹੈ। ਅਤੇ ਮੈਨੂੰ ਲੱਗਦਾ ਇਹ ਬੱਚਿਆਂ ਦੇ ਅੰਦਰ ਇਹ ਜਿਹੜੀ ਚੀਜ਼ ਹੈ ਉਹ ਬੈਠ ਗਈ ਹੈ। ਬੱਚਿਆਂ ਨੂੰ ਇਹ ਵੀ ਪਤਾ ਚੱਲ ਗਿਆ ਵੀ ਜੇ ਅਸੀਂ ਗਰੀਬੀ ਦੂਰ ਕਰਨੀ ਹੈ ਅਤੇ ਸਾਨੂੰ ਮੈਜੋਰਿਟੀ ਬੱਚਿਆਂ ਨੂੰ, ਮੈਜੋਰਿਟੀ ਲੋਕਾਂ ਨੂੰ ਚੰਗੀ ਸਿੱਖਿਆ ਦੇਣਾ ਜ਼ਰੂਰੀ ਹੈ। ਅਤੇ ਬੱਚਿਆਂ ਦੇ ਅੰਦਰ ਅਸੀਂ ਇੱਕ ਐਸੀ ਭਾਵਨਾ, ਐਸੀ ਇੱਕ ਬੀਜ ਜਗਾ ਦਿੱਤਾ ਹੈ, ਦੀਪਕ ਜਗਾ ਦਿੱਤਾ ਹੈ, ਜਿਹਦੇ ਨਾਲ ਉਹ ਬੱਚੇ ਆਪਣੇ ਰਾਈਟਸ ਦੇ ਬਾਰੇ ਸੋਚਣ ਤੋਂ ਇਲਾਵਾ ਦੇਸ਼ ਨੂੰ ਕਿੱਦਾਂ ਸੁਧਾਰਨਾ ਹੈ ਅਤੇ ਦੇਸ਼ ਨੂੰ ਸੁਧਾਰਨ ਵਾਸਤੇ ਬਾਕੀ ਬੱਚਿਆਂ ਨੂੰ ਪੜ੍ਹਾਉਣਾ ਜ਼ਰੂਰੀ ਹੈ, ਉਹਦੇ ਬਾਰੇ ਵੀ ਜ਼ਰੂਰ ਕੰਮ ਕਰਨਗੇ। ਸਰ ਇੱਥੇ ਇੱਕ ਹੋਰ ਸਵਾਲ ਆ ਜਾਂਦਾ ਵਾ ਕਿ ਸਰਕਾਰ, ਅਸੀਂ ਵੀ ਹੁਣ ਸਕੂਲਾਂ ਦੇ ਵਿੱਚ ਪੜ੍ਹੇ ਹਾਂ ਪਰ ਸਾਨੂੰ ਕਿਸੇ ਨੇ ਇਹ ਨਹੀਂ ਸਿਖਾਇਆ A4 ਐਡਮਿਨਿਸਟ੍ਰੇਸ਼ਨ, ਸਾਨੂੰ ਕੋਈ ਇੱਦਾਂ ਦਾ ਬੁੱਕ ਨਹੀਂ ਲਗਾਈ ਗਈ, ਅਸੀਂ ਤਾਂ ਇਹੀ ਪੜ੍ਹਿਆ ਕਿ A4 ਐਪਲ ਹੁੰਦਾ। ਤੁਹਾਨੂੰ ਇੱਥੇ ਲੱਗਦਾ ਕਿ ਸਰਕਾਰਾਂ ਬਾਕੀ ਬੱਚਿਆਂ ਨੂੰ ਇਸ ਪ੍ਰਤੀ ਕਿਉਂ ਨਹੀਂ ਜਾਗਰੂਕ ਕਰਦੀਆਂ? ਇਹਦੇ ਪਿੱਛੇ ਰੀਜ਼ਨ ਕੀ ਆ? ਕੀ ਬੱਚੇ ਜਿਹੜੇ ਆ ਜਾਂ ਲੋਕ ਜਿਹੜੇ ਨੇ ਉਹ ਸਿਸਟਮ ਸਮਝ ਜਾਣਗੇ? ਕੀ ਹੈ ਇਹਦੇ ਪਿੱਛੇ ਦਾ ਰਾਜ? ਦੇਖੋ, ਆਪਾਂ ਪ੍ਰੈਕਟੀਕਲੀ ਸੋਚੀਏ ਕਿ ਸਾਡੇ ਦੇਸ਼ ਵਿੱਚ ਗਰੀਬੀ ਕਿਉਂ ਹੈ, ਅਮੀਰੀ ਗਰੀਬੀ ਦਾ ਅਨੁਪਾਤ ਕਿਉਂ ਵੱਧਦਾ ਪਿਆ, ਭ੍ਰਸ਼ਟਾਚਾਰ ਇੰਨਾ ਕਿਉਂ ਫੈਲਿਆ? ਇਨਸਾਨ ਤਾਂ ਸਾਰੇ ਬਰਾਬਰ ਦੇ ਸੀ, ਸਾਰੇ ਰੱਬ ਦੇ ਰੂਪ ਸੀ, ਫਿਰ ਉਹ ਰੱਬ ਦੇ ਰੂਪ ਬੇਈਮਾਨ ਕਿਉਂ ਬਣ ਗਏ? ਅਸੀਂ ਪ੍ਰੈਕਟੀਕਲ ਅਗਰ ਸਵਾਲ ਕਰੀਏ, ਪ੍ਰੈਕਟੀਕਲ ਸਿਚੁਏਸ਼ਨ ਨੂੰ ਦੇਖਦੇ ਹੋਏ, ਫਿਰ ਪੜ੍ਹੇ ਲਿਖਿਆ ਬੰਦਾ ਰਿਸ਼ਵਤ ਕਿਉਂ ਲੈਂਦਾ? ਪੜ੍ਹਿਆ ਲਿਖਿਆ ਬੰਦਾ ਦੂਜੇ ਨੂੰ ਤੰਗ ਪਰੇਸ਼ਾਨ ਕਿਉਂ ਕਰਦਾ ਸਰਕਾਰੀ ਅਹੁਦੇ 'ਤੇ ਬੈਠ ਕੇ? ਅਤੇ ਇਹਦਾ ਮਤਲਬ ਪੜ੍ਹਾਈ 'ਚ ਕਮੀ ਹੈ।
ਤੇ ਇਸ ਕਰਕੇ ਉਹ ਕਮੀ ਨੂੰ ਦੂਰ ਕਰਨਾ ਹੀ ਪਊਗਾ। ਜਦੋਂ ਅਸੀਂ ਜਾਗਰੂਕਤੀ ਵਾਲੀ ਤੇ ਜ਼ਿੰਮੇਵਾਰੀ ਵਾਲੀ ਸਿੱਖਿਆ ਦੇਵਾਂਗੇ ਤਦ ਹੀ ਇਹ ਜਿਹੜੀਆਂ ਕਮੀਆਂ ਹੈਗੀਆਂ ਦੂਰ ਹੋਣਗੀਆਂ, ਨਹੀਂ ਤੇ ਨਹੀਂ ਹੋਣਗੀਆਂ। ਫਿਰ ਗਰੀਬ ਗਰੀਬ ਰਹਿ ਜਾਏਗਾ, ਅਮੀਰ ਅਮੀਰ ਰਹਿ ਜਾਏਗਾ। ਤੇ ਜਿਹੜਾ ਸਾਡਾ ਸਿਸਟਮ ਹੈ ਜਿਹਨੇ ਸਾਨੂੰ ਗਰੀਬ ਨੂੰ ਗਰੀਬ ਰੱਖਿਆ ਉਹ ਬਦਲੇਗਾ ਨਹੀਂ। ਇਸ ਕਰਕੇ ਸਾਨੂੰ ਸਿਸਟਮ ਦੀ ਜਦੋਂ ਤੱਕ ਅਸੀਂ ਨੌਲੇਜ ਨਹੀਂ ਦੇਵਾਂਗੇ, ਹੁਣ ਸਰਕਾਰ ਕਰੇ ਨਾ ਕਰੇ, ਇਹ ਜਿਹੜੇ ਲੋਕ ਨੇ, ਨਾਗਰਿਕ ਨੇ, ਉਹਨਾਂ ਦਾ ਵੀ ਫਰਜ਼ ਬਣਦਾ ਹੈ ਕਿ ਉਹ ਰੌਲਾ ਪਾਉਣ ਕਿ ਸਿੱਖਿਆ ਬਦਲੋ। ਇਕੱਲੀ ਸਰਕਾਰ ਵੀ ਤਾਂ ਨਾਗਰਿਕ ਹੀ ਚੁਣਦੇ ਆ। ਸਰਕਾਰ ਨਾਗਰਿਕਾਂ ਤੋਂ ਬਿਨਾਂ ਨਹੀਂ ਬਣ ਸਕਦੀ, ਤੇ ਨਾਗਰਿਕਾਂ ਕੋਲੇ ਵੱਡਾ ਹੱਕ ਹੈ ਸਰਕਾਰ ਨਾਲੋਂ। ਨਾਗਰਿਕ ਰੌਲਾ ਪਾਉਣ, ਤੁਸੀਂ ਆਪਣੇ ਚੈਨਲ ਦੇ ਥਰੂ ਨਾਗਰਿਕਾਂ ਤੋਂ ਰੌਲਾ ਪਵਾਓ ਕਿ ਸਿੱਖਿਆ ਬਦਲੋ। ਤੇ ਇੱਕ ਇੱਥੇ ਹੋਰ ਵੀ ਸਵਾਲ ਖੜਾ ਹੋ ਜਾਂਦਾ ਕਿ ਜਿਸ ਤਰ੍ਹਾਂ ਤੁਸੀਂ ਕਰ ਰਹੇ ਆ, ਤੁਸੀਂ ਆਪਣੇ ਤੌਰ ਤੇ ਸੋਸ਼ਲ ਵਰਕ ਕਰ ਰਹੇ ਆ, ਕਾਨੂੰਨੀ ਵੀ ਪੂਰੀ ਸਿੱਖਿਆ ਵਾ ਤੁਹਾਨੂੰ, ਤੁਸੀਂ ਅੱਗੇ ਵੀ ਸਾਰਿਆਂ ਨੂੰ ਜਾਗਰੂਕ ਕਰ ਰਹੇ ਆ, ਕੀ ਉੱਥੇ ਕਿਸੇ ਸਰਕਾਰ ਵੱਲੋਂ ਜਾਂ ਕਿਸੇ ਹੋਰ ਸਾਥੀ ਵੱਲੋਂ ਤੁਹਾਡੀ ਸਪੋਰਟ ਕੀਤੀ ਗਈ ਕਿ ਚਲੋ ਤੁਸੀਂ ਕਰ ਰਹੇ ਆ, ਅਸੀਂ ਵੀ ਤੁਹਾਡੇ ਨਾਲ ਮਿਲ ਕੇ ਹੋਰਾਂ ਨੂੰ ਵੀ ਜਾਗਰੂਕ ਕਰੀਏ, ਕਿ ਤੁਸੀਂ ਇਕੱਲੇ ਹੀ ਲੱਗੇ ਰਹੇ? ਇਹ ਪ੍ਰੋਜੈਕਟ ਜਿਹੜਾ ਨਾ ਜੀ, ਇਹ ਬੜਾ ਇਨੋਵੇਟਿਵ ਪ੍ਰੋਜੈਕਟ ਹੈ। ਇਹ ਆਪਣੀ ਤਰ੍ਹਾਂ ਦਾ ਬਿਲਕੁਲ ਅਲੱਗ ਜਿਹਾ ਪ੍ਰੋਜੈਕਟ ਹੈ। ਤੁਸੀਂ ਸੋਸ਼ਲ ਮੀਡੀਆ ਚੈਨਲ ਹੋ, ਕਈ ਜਗ੍ਹਾ ਜਾਂਦੇ ਹੋ, ਤੁਸੀਂ ਵੀ ਬੜੇ ਸਮਾਜਿਕ ਕਾਰਜਕਰਤਾਵਾਂ ਨੂੰ ਮਿਲੇ ਹੋਗੇ, ਪਰ ਤੁਸੀਂ ਇਹਦੇ ਨਾਲ ਦਾ ਪ੍ਰੋਜੈਕਟ ਨਹੀਂ ਦੇਖਿਆ ਹੋਏਗਾ। ਇਹਦੇ ਪਿੱਛੇ ਬਹੁਤ ਲੰਬੀ ਪੜ੍ਹਾਈ ਹੈ, ਬੜੀ ਲੰਬੀ ਗਹਿਰਾਈ ਦੀ ਰਿਸਰਚ ਹੈ, ਤੇ ਆਮ ਆਦਮੀ ਕੋਲ ਹੈ ਹੀ ਨਹੀਂ। ਤੇ ਆਮ ਆਦਮੀ ਜੁੜੇਗਾ ਕਿੱਦਾਂ? ਕਿਉਂਕਿ ਜੁੜਨ ਵਾਸਤੇ ਉਹਨੂੰ ਇਹਦੀ ਐਡੀ ਨੌਲੇਜ ਚਾਹੀਦੀ ਹੈ। ਉਹ ਕਮੀ ਹੋਣ ਕਰਕੇ ਜਿਹੜੇ ਲੋਕ ਸਾਡੇ ਨਾਲ ਜੁੜਨਾ ਚਾਹੁੰਦੇ ਨੇ, ਉਹਨਾਂ ਦੇ ਖਿਆਲਾਤ ਕੁਝ ਹੋਰ ਨੇ, ਜਿਹੜੇ ਕਈ ਵਾਰੀ ਮੇਰੇ ਨਾਲ ਮੇਲ ਮਿਲਾਪ ਨਹੀਂ ਰੱਖਦੇ ਨੇ। ਮੈਨੂੰ ਹੁੰਦਾ ਸਿਸਟਮ ਸੁਧਾਰੋ, ਤੇ ਲੋਕਾਂ ਨੂੰ ਹੁੰਦਾ ਵੀ, ਕਈ ਲੋਕਾਂ ਦੀ ਤਾਂ ਸੋਚ ਹੈ ਵੀ ਬੱਚਿਆਂ ਨੇ ਸੁਧਰਨਾ ਹੀ ਨਹੀਂ ਹੈ। ਦੂਜੀ ਗੱਲ ਇਹ ਹੈ ਕਿ ਜਿਹੜੇ ਲੋਕ ਬਿਲਕੁਲ ਹੀ ਸਿੰਸੀਅਰ ਨੇ, ਜਿਹੜੇ ਮੇਰੇ ਨਾਲ ਜੁੜਨਾ ਚਾਹੁੰਦੇ ਸੀ, ਤੇ ਉਹਨਾਂ ਨੂੰ ਮੈਂ ਪ੍ਰੇਰਿਤ ਕੀਤਾ ਵੀ ਦੇਖੋ, ਜਿਹੜੇ ਬੱਚੇ ਮੈਂ ਪੜ੍ਹਾ ਰਿਹਾ ਤੇ ਪੜ੍ਹਾਈ ਰਿਹਾ, ਤੁਸੀਂ ਮਦਦ ਕਰੋ ਹੋਰ ਬੱਚਿਆਂ ਨੂੰ ਪੜ੍ਹਾਉਣ ਦੀ, ਕਿਉਂਕਿ ਬੱਚੇ ਤਾਂ ਹਿੰਦੁਸਤਾਨ 'ਚ ਹਰ ਜਗ੍ਹਾ ਦੇ ਉੱਪਰ ਨੈਗਲੈਕਟਡ ਨੇ। ਤੇ ਉਸ ਦੇ ਨਾਲ ਜਿਹੜੇ ਲੋਕ ਬਿਲਕੁਲ ਸਿੰਸੀਅਰ ਸੀਗੇ, ਉਹ ਮੇਰੇ ਨਾਲ ਜੁੜੇ। ਉਹਨਾਂ ਦੇ ਨਾਲ ਮਿਲ ਕੇ ਜਿਹੜੀ ਸਾਡੀ ਬੁੱਕ ਹੈ ਇੰਪਾਵਰਮੈਂਟ ਥਰੂ ਨੌਲੇਜ, ਅਸੀਂ ਇਹ ਬੁੱਕ ਜਿਹੜੀ ਹੈ ਉਹਨਾਂ ਦੇ ਪ੍ਰੋਜੈਕਟਾਂ ਵਿੱਚ ਇੰਟਰੋਡਿਊਸ ਕੀਤੀ। ਤੇ ਹੁਣ ਇੰਡੀਆ 'ਚ 100 ਪ੍ਰੋਜੈਕਟ ਐਸੇ ਹੈਗੇ ਨੇ ਜਿੱਥੇ ਇਸ ਬੁੱਕ ਤੋਂ ਪੜ੍ਹਾਇਆ ਜਾ ਰਿਹਾ, ਜਿੱਥੇ A for apple, B for bat, C for cat ਨਹੀਂ ਪੜ੍ਹਾਇਆ ਜਾਂਦਾ, A for administration, B for ballot box, C for constitution ਇਹ ਪੜ੍ਹਾਇਆ ਜਾਂਦਾ। ਤੇ ਇਹਨਾਂ ਦੀ ਅੱਗੇ ਜਿਹੜੀ ਬੁੱਕ ਦੇ ਚੈਪਟਰ ਉਹ ਪੜ੍ਹਾਏ ਜਾਂਦੇ ਨੇ। ਸੋ ਜਿਵੇਂ ਸਰ ਨੇ ਦੱਸਿਆ ਕਿ ਉਹਨਾਂ ਦੇ ਕੋਲ ਐਮਪਾਵਰਮੈਂਟ ਬੁੱਕ ਹੈ, ਜਿਹਦੇ ਵਿੱਚ A for ਐਪਲ ਨਹੀਂ, A for ਐਡਮਿਨਿਸਟ੍ਰੇਸ਼ਨ ਪੜ੍ਹਾਇਆ ਜਾਂਦਾ ਹੈ। ਸੋ ਸਰ ਵੱਲੋਂ ਜਿਹੜੀ ਹੈ ਵੱਡੀ ਪਹਿਲ ਕੀਤੀ ਗਈ ਹੈ। ਸਰ ਇੱਕ ਸਵਾਲ ਮੈਂ ਇਹ ਵੀ ਪੁੱਛਣਾ ਚਾਹੂੰਗੀ ਕਿ ਜਿੱਦਾਂ ਜਿਹੜਾ ਤੁਸੀਂ ਇਹ ਕੰਮ ਕਰ ਰਹੇ ਹੋ, ਇਹਦੇ ਵਿੱਚ ਕੋਈ ਫੰਡਿੰਗ ਵਗੈਰਾ ਕਿੱਥੋਂ ਆਪਣੇ, ਜਿੱਦਾਂ ਤੁਸੀਂ ਲਾਇਰ ਹੋ, ਤੇ ਉਹੀ ਫੰਡਿੰਗ ਜਿਹੜੀ ਯੂਜ਼ ਕਰਦੇ ਆ, ਕਿਸ ਤਰ੍ਹਾਂ ਬੱਚਿਆਂ ਦੀ ਹੈਲਪ ਕਰਦੇ ਆ? ਇਹ ਟੋਟਲੀ ਸੈਲਫ ਫਾਈਨੈਂਸ ਪ੍ਰੋਜੈਕਟ ਹੈ। ਦੇयर इज़ नो ਪਬਲਿਕ ਮਨੀ ਇਨਵੋਲਵਡ। ਤੇ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ, ਤੁਸੀਂ ਐਜ਼ ਅ ਲਾਇਰ ਵੀ ਕੰਮ ਕਰ ਰਹੇ ਆ, ਸੋਸ਼ਲ ਵਰਕਰ ਵੀ, ਹੋਰ ਵੀ ਕੋਈ ਤੁਸੀਂ ਇਸ ਤਰ੍ਹਾਂ ਦਾ ਕੰਮ ਕਰ ਰਹੇ ਹੋ ਕਿ ਸਿਰਫ ਬੱਚਿਆਂ ਨੂੰ ਪੜ੍ਹਾਉਣ ਤੱਕ ਸੀਮਤ ਹੋ? ਇਨ 2019 ਮੈਂ ਇਲੈਕਸ਼ਨ ਚੋਣ ਕਮਿਸ਼ਨ ਦਾ ਅੰਬੈਸਡਰ ਅਪੁਆਇੰਟ ਹੋਇਆ ਮੈਂ, ਤੇ ਮੈਂ ਉਦੋਂ ਤੋਂ ਲਗਾਤਾਰ ਹਾਂ। ਤੇ ਮੈਂ ਚੋਣ ਕਮਿਸ਼ਨ ਵੱਲੋਂ ਵੀ, ਉਹਨਾਂ ਦੀ ਵੀ ਡਿਊਟੀ ਹੈ ਕਿ ਅਸੀਂ ਸਮਾਜ ਵਿੱਚ ਲੋਕਾਂ ਨੂੰ ਜਾਗਰੂਕ ਕਰੀਏ ਕਿ ਡੈਮੋਕ੍ਰੇਸੀ ਕੀ ਹੁੰਦੀ ਹੈ, ਚੋਣ ਪ੍ਰਕਿਰਿਆ ਕੀ ਹੁੰਦੀ ਹੈ। ਮੈਂ ਉਹਨਾਂ ਗਤੀਵਿਧੀਆਂ 'ਚ ਵੀ ਬਹੁਤ ਵੱਧ ਚੜ੍ਹ ਕੇ ਹਿੱਸਾ ਲੈਂਦਾ। ਤੇ ਇਸ ਤੋਂ ਇਲਾਵਾ ਮੈਂ ਜਿਵੇਂ ਦੱਸਿਆ, ਮੈਂ ਬੁੱਕ, ਇੱਕ ਮੇਰੀ ਇੰਪਾਵਰਮੈਂਟ ਥਰੂ ਨੌਲੇਜ ਬੁੱਕ ਹੈ, ਇੱਕ ਮੇਰੀ ਨਵੀਂ ਬੁੱਕ ਆ ਰਹੀ ਹੈ ਗਰੀਬੀ, ਜਿਹਦੇ 'ਚ ਗਰੀਬ ਬੱਚਾ ਆਪਣੇ ਸਵਾਲ ਦਾ ਜਵਾਬ ਲੱਭਦਾ ਕਿ ਗਰੀਬ ਕਿਉਂ ਹੈ, ਉਹ ਬੁੱਕ ਆ ਰਹੀ ਹੈ। ਤੇ ਇਸ ਤੋਂ ਇਲਾਵਾ ਮੈਂ ਕਈ ਸਕੂਲ ਕਾਲਜ ਦੇ ਵਿੱਚ ਟਾਕਸ ਦੇਣ ਜਾਂਦਾ ਤਾਂ ਕਿ ਅਵੇਕਨਿੰਗ ਫੈਲੇ, ਜਾਗਰੂਕਤੀ ਫੈਲੇ, ਤੇ ਆਰਟੀਕਲਸ ਲਿਖਦਾ ਰਹਿਣਾ। ਤੇ ਇਸ ਤਰੀਕੇ ਦੇ ਨਾਲ ਕਈ ਕੰਮ ਹੋ ਜਾਂਦੇ ਜਿਹੜੇ ਮੈਨੂੰ ਖੁਦ ਵੀ ਨਹੀਂ ਪਤਾ ਚੱਲਦੇ ਕਿ ਮੈਂ ਕੀ ਕਰ ਜਾਂਦਾ। ਤੇ ਸਰ ਅਖੀਰ ਦੇ ਵਿੱਚ ਆਪਾਂ ਇਹ ਵੀ ਜਾਣਨਾ ਚਾਹਾਂਗੇ, ਤੁਹਾਨੂੰ ਕਿੰਨੇ ਸਨਮਾਨ ਮਿਲਿਆ, ਅਵਾਰਡਸ ਵੀ ਤੁਹਾਨੂੰ ਮਿਲੇ ਆ? ਤੁਹਾਡੇ ਲਈ ਅਗਰ ਅਸੀਂ ਹਰੀਓਮ ਜਿੰਦਲ ਦੀ ਗੱਲ ਕਰੀਏ ਤਾਂ ਤੁਹਾਡੇ ਲਈ ਸਭ ਤੋਂ ਵੱਡਾ ਸਨਮਾਨ ਕੀ ਆ? ਦੇਖੋ, ਸਭ ਤੋਂ ਵੱਡਾ ਸਨਮਾਨ ਹੁੰਦਾ ਬੰਦਾ ਜਿਹੜਾ ਕੰਮ ਕਰ ਰਿਹਾ ਉਹਦੇ 'ਚ ਉਹਨੂੰ ਤਸੱਲੀ ਹੈ, ਸੈਟਿਸਫੈਕਸ਼ਨ ਹੈ ਕਿ ਨਹੀਂ। ਔਰ ਉਸ ਤੋਂ ਵੀ ਵੱਡਾ ਸਨਮਾਨ ਹੈ ਕਿ ਜਿਹੜੀ ਤੁਹਾਡੇ ਮਨ ਦੀ ਡਿਜ਼ਾਇਰ ਹੈ, ਉਹ ਤੁਸੀਂ ਡਿਜ਼ਾਇਰ ਵਾਲੇ ਪਾਸੇ ਕੰਮ ਕਰ ਪਾਉਂਦੇ ਹੋ ਕਿ ਨਹੀਂ ਕਰ ਪਾਉਂਦੇ। ਅਤੇ ਮੈਂ ਰੱਬ ਦਾ ਬਹੁਤ ਵੱਡਾ ਸ਼ੁਕਰਗੁਜ਼ਾਰ ਹਾਂ ਕਿ ਮੈਂ, ਇੱਕ ਸਵਾਲ ਸੀਗਾ ਕਿ ਗਰੀਬ ਬੱਚਾ ਗਰੀਬ ਕਿਉਂ ਰਹਿੰਦਾ, ਉਹਦਾ ਉਹਨੇ ਮੈਨੂੰ ਉੱਤਰ ਦਿੱਤਾ। ਮੈਂ ਉਹਦੇ ਉੱਪਰ ਕਿਤਾਬ ਲਿਖੀ ਜਿਹੜੀ ਹੁਣੇ ਜਲਦੀ ਹੀ ਪਬਲਿਸ਼ ਹੋ ਜਾਏਗੀ। ਇਹ ਸਭ ਤੋਂ ਵੱਡਾ ਮੇਰਾ ਸਨਮਾਨ ਹੈ ਅਤੇ ਮੈਂ ਰੱਬ ਦਾ ਬਹੁਤ ਵੱਡਾ ਹੀ ਸ਼ੁਕਰਗੁਜ਼ਾਰ ਹਾਂ ਕਿ ਉਹਨੇ ਜੇ ਮੈਨੂੰ ਮਾਨਵ ਜੀਵਨ ਦਿੱਤਾ ਅਤੇ ਮੈਨੂੰ ਸਫਲਤਾ ਵੀ ਦਿੱਤੀ।
ਤੱਕ ਸਰ ਕਿੰਨੀਆਂ ਕੁ ਤੁਹਾਡੀਆਂ ਮਤਲਬ ਬੁੱਕਸ ਆ ਚੁੱਕੀਆਂ ਵਾ ਜਾਂ ਆਉਣ ਵਾਲੀਆਂ ਨੇ? ਮੇਰੀ ਜਿਹੜੀ ਬੁੱਕ ਪਬਲਿਸ਼ ਹੋਈ ਹੈ ਉਹ ਇੱਕੋ ਬੁੱਕ ਹੈ, ਇੰਪਾਵਰਮੈਂਟ ਥਰੂ ਨੌਲੇਜ। ਇਸ ਤੋਂ ਇਲਾਵਾ ਮੇਰੀ 3 ਬੁੱਕਸ ਹੋਰ ਆ ਰਹੀਆਂ। ਇੱਕ ਤੇ ਪਾਵਰਟੀ ਇਨਇਕੁਐਲਿਟੀ ਕਰਪਸ਼ਨ ਦੇ ਉੱਪਰ ਹੈ, ਉਹਦੇ 3 ਪਾਰਟਸ ਨੇ, 3 ਬੁੱਕਸ ਨੇ। ਇਸ ਤੋਂ ਇਲਾਵਾ ਇੱਕ ਮੇਰੀ ਬੁੱਕ ਇੰਟਰਨੈਸ਼ਨਲ ਬਿਜ਼ਨਸ ਲਾਜ਼ ਦੇ ਉੱਪਰ ਆ ਰਹੀ ਹੈ, ਤੇ ਇਹ ਮੇਰੀ ਬੁੱਕਸ ਆ ਰਹੀਆਂ। ਆਉਣ ਵਾਲੇ ਸਮੇਂ ਦੇ ਲਈ ਕੋਈ ਹੋਰ ਪ੍ਰੋਜੈਕਟ ਤੁਸੀਂ ਸੋਚਿਆ? ਆਉਣ ਵਾਲੇ ਸਮੇਂ ਦਾ ਬਹੁਤ ਵੱਡਾ ਪ੍ਰੋਜੈਕਟ ਹੈ ਮੇਰਾ। ਉਹ ਪ੍ਰੋਜੈਕਟ ਹੈ ਕਿ ਲੋਕਾਂ ਨੂੰ ਗਰੀਬੀ ਚੋਂ ਬਾਹਰ ਕਿੱਦਾਂ ਕੱਢਣਾ ਹੈ, ਜਿਹਦੇ ਵਾਸਤੇ ਜਦੋਂ ਮੈਂ ਆਪਣੀ ਬੁੱਕ ਲੋਕਾਂ ਦੇ ਨਾਲ ਸ਼ੇਅਰ ਕਰਾਂਗਾ, ਜਦੋਂ ਬੁੱਕ ਪਬਲਿਸ਼ ਕਰ ਦਾਂਗਾ, ਉਹਦੇ ਮਾਧਿਅਮ ਦੇ ਨਾਲ ਮੈਂ ਲੋਕਾਂ ਦੇ ਵਿੱਚ ਇੱਕ ਸਿਸਟਮ ਦੀ ਨੌਲੇਜ ਪਾਊਂਗਾ ਕਿ ਸਿਸਟਮ ਕਿੱਦਾਂ ਫੰਕਸ਼ਨ ਕਰਦਾ ਹੈ। ਇੱਕ ਆਮ ਆਦਮੀ ਇੱਕ ਕਹਾਣੀ ਦੇ ਮਾਧਿਅਮ ਨਾਲ ਉਹ ਜਾਣੇਗਾ, ਜਿਹੜੀ ਬੜੀ ਦਿਲਚਸਪ ਹੋਏਗੀ, ਤਾਂ ਉਹਨਾਂ ਨੂੰ ਬੜੀ ਦਿਲਚਸਪੀ ਦੇ ਨਾਲ ਉਹਨਾਂ ਦੇ ਸਾਰੇ ਸਵਾਲਾਂ ਦੇ ਉੱਤਰ ਮਿਲਣਗੇ। ਅਤੇ ਇਹ ਆਪਣੇ ਆਪ 'ਚ ਇੱਕ ਬਹੁਤ ਵੱਡਾ ਪ੍ਰੋਜੈਕਟ ਹੈ, ਜਿਹਦੇ 'ਚ ਮੈਨੂੰ ਲੱਗਦਾ ਕਿ ਮੇਰਾ ਸਾਰਾ ਟਾਈਮ ਜਿਹੜਾ ਬਚਿਆ ਉਹ ਨਿਕਲ ਜਾਣਾ। ਤੇ ਸਰ ਤੁਸੀਂ ਨੇਸ਼ਨ ਪੋਸਟ ਦੇ ਦਰਸ਼ਕਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਕਿ ਅਗਰ ਕੋਈ ਵੀ ਮਦਦ ਤੁਹਾਡੇ ਨਾਲ ਹੱਥ ਮਿਲਾ ਕੇ ਮਦਦ ਕਰਨਾ ਚਾਹੇ, ਜਾਂ ਕੋਈ ਵੀ ਜ਼ਿੰਦਗੀ 'ਚ ਵਿਚਰਦਾ ਵਾ, ਕੋਈ ਸੋਚਦਾ ਹੈ ਕਿ ਮੈਂ ਕਿਸੇ ਦੀ ਮਦਦ ਕਰਨੀ ਆ, ਤਾਂ ਕੀ ਤਰੀਕਾ ਉਹਦੇ ਲਈ ਬੈਸਟ ਆ ਮਦਦ ਕਰਨ ਦਾ? ਦੇਖੋ, ਜੇ ਆਪਾਂ ਸਿਸਟਮ ਸੁਧਾਰ ਦਈਏ ਮਿਲ ਕੇ, ਤੇ ਕੋਈ ਗਰੀਬ ਨਹੀਂ ਰਹੇਗਾ। ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਾਂਗਾ, ਅਪੀਲ ਕਰਾਂਗਾ, ਆਓ ਆਪਾਂ ਰਲ ਮਿਲ ਕੇ ਸਿਸਟਮ ਦੀ ਨੌਲੇਜ ਵੰਡੀਏ, ਲੋਕਾਂ ਨੂੰ ਸਿਸਟਮ ਦੀ ਜਾਣਕਾਰੀ ਦਈਏ, ਸਿੱਖਿਆ ਬਦਲਣ ਵਾਸਤੇ ਇੱਕ ਆਵਾਜ਼ ਉਠਾਈਏ। ਇਹ ਜਿਹੜੀ ਇੰਪਾਵਰਮੈਂਟ ਥਰੂ ਨੌਲੇਜ ਬੁੱਕ ਹੈ ਮੇਰੀ, ਇਹਨੂੰ ਲਿਖਣ ਵਾਸਤੇ ਮੈਨੂੰ 10-15 ਸਾਲ ਦੀ ਮਿਹਨਤ, ਆਬਜ਼ਰਵੇਸ਼ਨ, ਤਜਰਬਾ ਹਾਸਲ ਕਰਨਾ ਪਿਆ। ਉਸ ਤੋਂ ਬਾਅਦ ਸਿੱਖਿਆ ਬਣਾਈ ਗਈ ਹੈ, ਅਤੇ ਆਪਾਂ ਮਿਲ ਕੇ ਇੱਕ ਆਵਾਜ਼ ਉਠਾਈਏ, ਸਰਕਾਰਾਂ ਦੇ ਉੱਪਰ ਦਬਾਅ ਪਾਈਏ ਕਿ ਇਹ ਕਿਤਾਬ ਹਰ ਬੱਚੇ ਨੂੰ ਪੜ੍ਹਾਉਣ ਵਾਸਤੇ ਲਾਗੂ ਕੀਤੀ ਜਾਵੇ। ਅਤੇ ਇਸ ਕਿਤਾਬ ਦੇ ਪੜ੍ਹਨ ਨਾਲ ਹਰ ਬੱਚੇ ਦੇ ਅੰਦਰ ਇੱਕ ਐਸੀ ਕੈਪੇਬਿਲਿਟੀ ਡਿਵੈਲਪ ਹੋ ਜਾਏਗੀ ਕਿ ਜਿਹੜੀ ਵੀ ਸਿਸਟਮ 'ਚੋਂ ਕਮੀ ਦੇਖੇਗਾ, ਉਹਨੂੰ ਕਿੱਦਾਂ ਦੂਰ ਕਰਨਾ, ਉਹਦੀ ਵੀ ਨੌਲੇਜ ਉਹਦੇ ਅੰਦਰ ਆ ਜਾਏਗੀ। ਸੋ ਇਹ ਸੀ ਸਾਡੇ ਨਾਲ ਹਰੀਓਮ ਜਿੰਦਲ ਜੀ, ਜਿਹੜੇ ਲੁਧਿਆਣਾ ਤੋਂ ਆਏ ਨੇ ਤੇ ਸੋਸ਼ਲ ਵਰਕ ਵੀ ਕਰਦੇ ਨੇ, ਨਾਲ ਦੀ ਨਾਲ ਲਾਇਰ ਵੀ ਨੇ। ਜ਼ਿੰਦਗੀ ਇਹਨਾਂ ਦੀ ਵੀ ਇਸ ਤਰ੍ਹਾਂ ਨਿਕਲੀ ਕਿ ਇੱਕ ਸਮਾਂ ਸੀ ਜਦੋਂ ਇਹਨਾਂ ਨੇ ਵੀ ਆਰਥਿਕ ਤੰਗੀ ਦੇ ਨਾਲ ਉਹ ਸਮਾਂ ਕੱਟਿਆ, ਪਰ ਜਦੋਂ ਪੂਰੀ ਮਿਹਨਤ ਕਰਕੇ ਦੁਬਾਰਾ ਜਿਹੜੀ ਆ ਜ਼ਿੰਦਗੀ ਉਸ ਟਰੈਕ 'ਤੇ ਆਉਂਦੀ ਹੈ, ਤਾਂ ਇੱਕ ਜਿੰਮਾ ਚੁੱਕ ਲਿਆ ਕਿ ਮੈਂ ਬਦਲਾਵ ਚਾਹੁੰਦਾ ਵਾਂ। ਮੈਂ ਜ਼ਿੰਦਗੀ ਦੇ ਵਿੱਚ ਉਹਨਾਂ ਬੱਚਿਆਂ ਦੀ ਜ਼ਿੰਦਗੀ ਦੇ ਵਿੱਚ ਬਦਲਾਵ ਚਾਹੁੰਦਾ ਵਾਂ ਜਿਨ੍ਹਾਂ ਨੂੰ ਸਕੂਲ ਦਾ ਨਾਮ ਤੱਕ ਨਹੀਂ ਪਤਾ। ਉਹਨਾਂ ਬੱਚਿਆਂ ਨੂੰ ਪਤਾ ਚੱਲੇ ਕਿ ਆਖਿਰਕਾਰ ਸਕੂਲ ਹੁੰਦਾ ਕੀ ਹੈ, ਅਤੇ ਸਕੂਲ ਦੇ ਵਿੱਚ ਪੜ੍ਹਾਈ ਜਾਣ ਵਾਲੀ ਵਿੱਦਿਆ ਦਾ ਅਸਲੀ ਮਤਲਬ ਕੀ ਹੁੰਦਾ ਹੈ। ਸੋ ਸਰ ਨੇ ਪੂਰੀ ਕੋਸ਼ਿਸ਼ ਕੀਤੀ, ਆਪਣੇ ਵੱਲੋਂ ਹੱਲੇ ਵੀ ਪੂਰਾ ਵਰਕ ਕਰ ਰਹੇ ਨੇ, ਪੂਰੇ ਆਪਣੇ ਆਉਣ ਵਾਲੇ ਪ੍ਰੋਜੈਕਟਾਂ ਬਾਰੇ ਦੱਸਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕੀ ਲੈ ਕੇ ਆਉਣਗੇ। ਪਰ ਉਹਨਾਂ ਬੱਚਿਆਂ ਦੀ ਗੱਲ ਕੀਤੀ ਜਾਏ, ਉਹਨਾਂ ਗਰੀਬ ਬੱਚਿਆਂ ਦੀ, ਉਹਨਾਂ ਝੁੱਗੀ ਝੌਂਪੜੀ ਵਾਲੇ ਬੱਚਿਆਂ ਦੀ, ਜਿਹੜੇ ਕੂੜਾ ਕਰਕਟ ਸੜਕਾਂ 'ਤੇ ਚੁੱਕਦੇ ਸੀ, ਤੇ ਅੱਜ ਸਰ ਦੀ ਬਦੌਲਤ ਉਹਨਾਂ ਸਕੂਲਾਂ ਦੇ ਵਿੱਚ ਪੜ੍ਹਦੇ ਵੀ ਨੇ, ਤੇ ਪੜ੍ਹਦੇ ਵੀ ਉਹ ਨੇ ਜਿਹੜੀਆਂ ਅੱਜ ਦੀਆਂ ਸਰਕਾਰਾਂ ਦੇਸ਼ ਦੇ ਬੱਚਿਆਂ ਨੂੰ ਨਹੀਂ ਪੜ੍ਹਾ ਪਾਉਂਦੀਆਂ। ਅਸਲੀ ਜਿਹੜੀ ਜਾਗਰੂਕਤਾ ਹੈ ਉਹ ਉਹਨਾਂ ਬੱਚਿਆਂ ਦੇ ਵਿੱਚ ਹੈ। ਅਗਰ ਤੁਸੀਂ ਬੱਚਿਆਂ ਦੇ ਨਾਲ ਮਿਲੋ, ਉਹਨਾਂ ਦੀਆਂ ਗੱਲਾਂ ਸੁਣੋ, ਤਾਂ ਤੁਸੀਂ ਵੀ ਹੈਰਾਨ ਹੋਵੋਗੇ ਕਿ ਤੁਹਾਡੇ ਬੱਚਿਆਂ ਦੇ ਨਾਲੋਂ ਕਿੰਨਾ ਡਿਫਰੈਂਸ ਹੈ, ਜਿਹੜੇ ਕੁਝ ਹੀ ਚੰਦ ਮਿੰਟਾਂ ਦੇ ਵਿੱਚ ਤੁਹਾਨੂੰ ਉਹ ਚੀਜ਼ ਦੱਸ ਦੇਣਗੇ ਜਿਹੜੇ ਸ਼ਾਇਦ ਅਗਰ ਸਕੂਲਾਂ ਦੀ ਗੱਲ ਕੀਤੀ ਜਾਏ ਤਾਂ ਉਹਨਾਂ ਵਿੱਚ ਪੜ੍ਹਦੇ ਬੱਚਿਆਂ ਨੂੰ ਕਈ ਸਾਲ ਲੱਗ ਜਾਂਦੇ ਨੇ, ਤਾਂ ਜਾ ਕੇ ਪਤਾ ਚੱਲਦਾ ਹੈ ਕਿ ਜਿਹੜੇ ਦੇਸ਼ ਦੇ ਨਾਗਰਿਕ ਹੋਣ ਦਾ ਅਸਲੀ ਮਤਲਬ ਕੀ ਹੈ। ਜੋ ਅਸੀਂ ਵਿੱਦਿਆ ਪੜ੍ਹਦੇ ਹਾਂ ਕਿ ਉਹਦੇ ਨਾਲ ਸਾਡਾ ਸਿਸਟਮ ਸਾਨੂੰ ਗੁਲਾਮ ਬਣਾ ਰਿਹਾ ਹੈ, ਕਿ ਅਸੀਂ ਜਿਹੜੀ ਆ ਜੋ ਸਕੂਲਾਂ ਵੱਲੋਂ ਵਿੱਦਿਆ ਪੜ੍ਹਾਈ ਜਾਂਦੀ ਹੈ ਉਸ ਦੇ ਰਾਹ 'ਤੇ ਹੀ ਚੱਲਦੇ ਆਪਣੀ ਜ਼ਿੰਦਗੀ ਜਿਹੜੀ ਆ ਉਹ ਪੂਰੀ ਕਰ ਲੈਂਦੇ ਹਾਂ। ਪਰ ਸੋ ਸਰ ਨੇ ਜਿਹੜਾ ਇਕੱਲਿਆਂ ਨੇ ਬੀੜਾ ਚੁੱਕਿਆ ਹੈ, ਜਿਹੜਾ ਆਮ ਬੰਦਾ ਵੀ ਸੋਚਦਾ ਹੈ। ਆਮ ਬੰਦੇ ਜਦੋਂ ਸਕੂਲਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਪੜ੍ਹਾਉਂਦੇ ਨੇ, ਪਰ ਅਸਲੀ ਵਿੱਦਿਆ ਦਾ ਮਤਲਬ ਉਹਨਾਂ ਬੱਚਿਆਂ ਤੋਂ ਤੁਸੀਂ ਦੇਖ ਸਕਦੇ ਆ ਜਿਹੜੇ ਅੱਜ ਦੇ ਸਮੇਂ ਦੇ ਵਿੱਚ ਪੂਰਾ ਕਾਨੂੰਨ ਬੋਲਦੇ ਨੇ। A for ਐਪਲ ਨਹੀਂ, A for ਐਡਮਿਨਿਸਟ੍ਰੇਸ਼ਨ ਦੀ ਗੱਲ ਕਰਦੇ ਨੇ, B for ਬੈਲਟ ਬਾਕਸ ਦੀ ਗੱਲ ਕਰਦੇ ਨੇ, D for ਡੈਮੋਕ੍ਰੇਸੀ ਦੀ ਗੱਲ ਕਰਦੇ ਨੇ, ਜੋ ਆਮ ਸਕੂਲਾਂ ਵਿੱਚ ਪੜ੍ਹਨ ਵਾਲੇ ਬੱਚਿਆਂ ਨੂੰ ਕਈ ਸਾਲ ਲੱਗ ਜਾਂਦੇ ਨੇ ਉਹ ਚੀਜ਼ਾਂ ਸਿੱਖਣ ਦੇ ਲਈ। ਸੋ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਨੇਸ਼ਨ ਪੋਸਟ ਚੈਨਲ ਦੇ ਵਿੱਚ ਆ ਕੇ ਲੋਕਾਂ ਨੂੰ ਜਾਗਰੂਕ ਕੀਤਾ। I am obliged, you invited me, ਮੈਨੂੰ ਮੌਕਾ ਦਿੱਤਾ ਕਿ ਮੈਂ ਆਪਣੇ ਵਿਚਾਰ, ਆਪਣੀ ਜਿਹੜਾ ਤਜਰਬਾ ਹੈਗਾ ਉਹ ਤੁਹਾਡੇ ਚੈਨਲ ਦੇ ਮਾਧਿਅਮ ਦੇ ਨਾਲ ਬਾਕੀ ਲੋਕਾਂ ਵਿੱਚ ਵੀ ਸਾਂਝਾ ਕਰ ਸਕਿਆ। ਥੈਂਕ ਯੂ ਵੈਰੀ ਮਚ।